Hello everyone, I am Sharon. I welcome you all on the official channel of Erudition Studies. ਅੱਜ ਦਾ ਜੋ ਪਾਰਟਿਕੂਲਰ ਸੈਸ਼ਨ ਹੈ ਜਿਸ ਤਰ੍ਹਾਂ ਕਿ ਆਪਾਂ ਮਾਡਰਨ ਹਿਸਟਰੀ ਨੂੰ ਸਟਾਰਟ ਕੀਤਾ ਹੋਇਆ ਹੈ ਜਿਸ ਦਾ ਡੇ 1 ਤੁਹਾਨੂੰ ਆਲਰੇਡੀ ਮਿਲ ਚੁੱਕਿਆ 2 ਡੇਜ਼ ਬਿਫੋਰ ਹੈ ਨਾ। ਤੇ ਅੱਜ ਉਸੇ ਹੀ ਸੀਰੀਜ਼ ਦੇ ਵਿੱਚ ਆਪਾਂ ਦੂਸਰੇ ਦਿਨ ਦੇ ਵਿੱਚ ਕਰਾਂਗੇ ਐਡਵੈਂਟ ਆਫ ਯੂਰੋਪੀਅਨ। ਆਲਰਾਈਟ, ਤਾਂ ਇਹਦੇ ਵਿੱਚ ਆਪਾਂ ਲਾਸਟ ਟਾਈਮ ਜੋ ਪੋਰਚੁਗੀਜ਼ ਕੰਪਨੀ ਹੈ ਇਸ ਨੂੰ ਪੂਰਾ ਕੰਪਲੀਟ ਕਰ ਲਿਆ ਸੀ ਹੈ ਨਾ। ਤੇ ਇਸ ਤੋਂ ਅੱਗੇ ਵਾਲਾ ਜੋ ਸੈਸ਼ਨ ਹੈ ਇਸ ਨੂੰ ਆਪਾਂ ਅੱਜ ਕੰਟੀਨਿਊ ਕਰਨਾ ਹੈ। ਓਕੇ, ਔਰ ਇਸ ਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਕੁਐਸਚਨਸ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਬਣਦੇ ਜਾਣਗੇ ਆਈ ਵਿਲ ਡਿਸਕਸ ਦ ਸੇਮ। ਆਲਰਾਈਟ, ਚਲੋ ਫਿਰ ਸਟਾਰਟ ਕਰਦੇ ਹਾਂ ਅੱਜ ਦੇ ਸੈਸ਼ਨ ਨੂੰ। ਜਿਹੜੇ ਸਟੂਡੈਂਟਸ ਅੱਜ ਫਸਟ ਟਾਈਮ ਇਸ ਸੈਸ਼ਨ ਨੂੰ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਐਂਡ ਅਗਰ ਤੁਹਾਨੂੰ ਸੈਸ਼ਨ ਅੱਛਾ ਲੱਗਦਾ ਹੈ ਤਾਂ ਇਹਨੂੰ ਲਾਈਕ ਜ਼ਰੂਰ ਕਰਨਾ ਐਂਡ ਸ਼ੇਅਰ ਜ਼ਰੂਰ ਕਰਨਾ। ਓਕੇ, ਤੇ ਜਿਹੜੇ ਸਟੂਡੈਂਟਸ ਨੇ ਇਸ ਸੈਸ਼ਨ ਦਾ ਪਾਰਟ 1 ਨਹੀਂ ਦੇਖਿਆ ਨਾ ਉਹ ਪਾਰਟ 1 ਨੂੰ ਜ਼ਰੂਰ ਦੇਖ ਲੈਣਾ। ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਦੂੰਗੀ। ਆਲਰਾਈਟ, ਕਿਉਂਕਿ ਉਸੇ ਦੇ ਨਾਲ ਹੀ ਜਦੋਂ ਤੁਸੀਂ ਸੈਕਿੰਡ ਪਾਰਟ ਦੇਖੋਗੇ ਫਿਰ ਤੁਹਾਨੂੰ ਇਹਨੂੰ ਸਮਝਣਾ ਜ਼ਿਆਦਾ ਈਜ਼ੀ ਹੋ ਜਾਏਗਾ ਔਰ ਜ਼ਿਆਦਾ ਅੱਛੀ ਤਰ੍ਹਾਂ ਯਾਦ ਹੋਏਗਾ। ਠੀਕ ਹੈ, ਤਾਂ ਇਹ ਵਾਲਾ ਪਾਰਟ ਦੇਖਣ ਤੋਂ ਪਹਿਲਾਂ ਪਾਰਟ 1 ਦੇਖ ਲੈਣਾ, ਆਫਟਰ ਦੈਟ ਇਸ ਪਾਰਟ ਨੂੰ ਦੇਖਣਾ। ਓਕੇ, ਹਾਂਜੀ, ਤਾਂ ਫਿਰ ਅੱਜ ਸਟਾਰਟ ਕਰਾਂਗੇ ਆਪਾਂ ਡੱਚ ਈਸਟ ਇੰਡੀਆ ਕੰਪਨੀ ਤੋਂ। ਵੈਸੇ ਇਹ ਕੰਪਨੀ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ ਪੇਪਰ ਪੁਆਇੰਟ ਆਫ ਵਿਊ ਦੇ ਨਾਲ। ਠੀਕ ਹੈ, ਇਹਦੇ ਬਾਰੇ 2-4 ਹੀ ਗੱਲਾਂ ਹੈ ਜੋ ਆਪਾਂ ਨੂੰ ਯਾਦ ਰੱਖਣੀਆਂ। ਓਕੇ, ਤਾਂ ਜੋ ਡੱਚ ਈਸਟ ਇੰਡੀਆ ਕੰਪਨੀ ਹੈ ਇਹ ਹੋਲੈਂਡ ਜਾਂ ਫਿਰ ਨੀਦਰਲੈਂਡ ਦੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਕਨੈਕਟਡ ਹੈ। ਓਕੇ, ਤਾਂ ਪਹਿਲਾਂ ਇਹਨੂੰ ਨਾ ਹੋਲੈਂਡ, ਨੀਦਰਲੈਂਡ ਐਂਡ ਡੱਚਲੈਂਡ ਇੱਦਾਂ ਦੇ ਕਾਫੀ ਸਾਰੇ ਨਾਮਾਂ ਦੇ ਨਾਲ ਇਹਨੂੰ ਜਾਣਿਆ ਜਾਂਦਾ ਸੀ। ਓਕੇ, ਬਟ ਫਿਰ ਅਕਤੂਬਰ 2019 ਦੀ ਗੱਲ ਹੈ ਜਦੋਂ ਨੀਦਰਲੈਂਡ ਨੇ ਇਹ ਅਨਾਉਂਸ ਕਰ ਦਿੱਤਾ ਓਫੀਸ਼ੀਅਲੀ ਕਿ ਇਹ ਹੋਲੈਂਡ ਨਾਮ ਹੈ ਨਾ ਜੋ ਇਸ ਨੂੰ ਹਮੇਸ਼ਾ ਲਈ ਛੱਡ ਰਹੇ ਨੇ ਤੇ ਹੁਣ ਤੋਂ ਬਾਅਦ ਸਾਨੂੰ ਨੀਦਰਲੈਂਡ ਦੇ ਨਾਮ ਦੇ ਨਾਲ ਹੀ ਜਾਣਿਆ ਜਾਏ। ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਇਹਨੂੰ ਨੀਦਰਲੈਂਡ ਹੀ ਬੋਲਿਆ ਜਾਂਦਾ ਹੈ। ਆਲਰਾਈਟ, ਤੇ ਇਸੇ ਹੀ ਕੰਪਨੀ ਨੇ ਸ਼ੁਰੂਆਤ ਕੀਤੀ ਡੱਚ ਈਸਟ ਇੰਡੀਆ ਕੰਪਨੀ ਦੀ। ਪਹਿਲੀ ਵਾਰੀ ਅਗਰ ਤੁਸੀਂ ਗੱਲ ਕਰੋਗੇ ਤਾਂ 1596 ਦੀ ਗੱਲ ਹੈ ਜਦੋਂ ਪਹਿਲੇ ਡੱਚ ਮੈਨ ਇੰਡੀਆ ਦੇ ਵਿੱਚ ਆ ਰਹੇ ਨੇ। ਨਾਮ ਕੀ ਹੈ? ਕੌਰਨੈਲਿਸ ਡੇ ਹੌਟਮੈਨ। ਓਕੇ, ਇਹ ਇੰਡੀਆ ਦੇ ਵਿੱਚ ਆਏ ਨੇ। ਇਹਨਾਂ ਦਾ ਨਾਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੈ ਬਟ ਸਟਿਲ ਅਗਰ ਤੁਸੀਂ ਸਟੇਟ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਐਕਸਟਰਾ ਪੜ੍ਹਨਾ ਪਊਗਾ। ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖੋਗੇ ਕਿ 1596 ਦੇ ਵਿੱਚ ਪਹਿਲੇ ਡੱਚ ਜੋ ਕਿ ਇੰਡੀਆ ਦੇ ਵਿੱਚ ਆਏ ਹੈ ਨਾਮ ਹੈ ਕੌਰਨੈਲਿਸ ਡੇ ਹੌਟਮੈਨ। ਓਕੇ, ਯੈਸ, ਉਸ ਤੋਂ ਬਾਅਦ ਇਹਦੀ ਐਸਟੈਬਲਿਸ਼ਮੈਂਟ ਕਦੋਂ ਹੋ ਰਹੀ ਹੈ ਯਾਨੀ ਕਿ ਇਹ ਕੰਪਨੀ ਬਣੀ ਕਦੋਂ ਹੈ ਤਾਂ ਪਹਿਲੇ ਪਾਰਟ ਦੇ ਵਿੱਚ ਆਪਾਂ ਕੀਤਾ ਸੀ ਕਿ ਡੱਚ ਈਸਟ ਇੰਡੀਆ ਕੰਪਨੀ ਨੂੰ 1602 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ, ਬਣਾਇਆ ਗਿਆ ਹੈ ਨਾ। ਉਸ ਤੋਂ ਬਾਅਦ ਫਿਰ ਇਹ ਅਰਾਈਵਲ ਹੋਇਆ ਇਹਨਾਂ ਦਾ ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਇਹਨਾਂ ਨੇ ਆਪਣੀ ਫਸਟ ਫੈਕਟਰੀ ਕਿੱਥੇ ਲਗਾਈ ਹੈ ਤਾਂ ਇਹਨਾਂ ਦੀ ਫਸਟ ਫੈਕਟਰੀ ਲੱਗੀ ਮਸੌਲੀਪਟਨਮ ਜੋ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਹੈ 1605 ਵਿੱਚ। ਤਾਂ ਦੋ ਕੁਐਸਚਨ ਨੇ, 1602 ਦੇ ਵਿੱਚ ਇਹ ਜੋ ਕੰਪਨੀ ਹੈ ਐਸਟੈਬਲਿਸ਼ ਹੋਈ ਹੈ ਤੇ 1605 ਦੇ ਵਿੱਚ ਇਹਨਾਂ ਨੇ ਇੰਡੀਆ ਦੇ ਵਿੱਚ ਆਪਣਾ ਪਹਿਲਾ ਸੈਂਟਰ ਸਥਾਪਿਤ ਕੀਤਾ ਹੈ। ਠੀਕ ਹੈ, ਐਸਟੈਬਲਿਸ਼ ਕੀਤਾ ਹੈ। ਤੇ ਇਹ ਵਾਲਾ ਕੁਐਸਚਨ ਥੋੜਾ ਜ਼ਿਆਦਾ ਇੰਪੋਰਟੈਂਟ ਰਹੂਗਾ ਕਿ ਕਿਹੜੀ ਐਦਾਂ ਦੀ ਕੰਪਨੀ ਹੈ ਜਿਸ ਨੇ ਇੰਡੀਆ ਨੂੰ ਟੈਕਸਟਾਈਲ ਸੈਂਟਰ ਬਣਾਇਆ, ਅਕਸਰ ਪੁੱਛਿਆ ਜਾਂਦਾ ਹੈ। ਤਾਂ ਇਸ ਦਾ ਆਨਸਰ ਹੈ ਡੱਚ ਈਸਟ ਇੰਡੀਆ ਕੰਪਨੀ। ਠੀਕ ਹੈ, ਇਹਨਾਂ ਨੇ ਹੀ ਇੰਡੀਆ ਨੂੰ ਟੈਕਸਟਾਈਲ ਸੈਂਟਰ ਦੇ ਵਿੱਚ ਕਨਵਰਟ ਕੀਤਾ ਸੀਗਾ। ਓਕੇ, ਦੂਸਰਾ ਮਹੱਤਵਪੂਰਨ ਕੁਐਸਚਨ ਟੈਕਸਟਾਈਲ ਵਾਲਾ ਤਾਂ ਹੋ ਹੀ ਗਿਆ। ਦੈਨ ਜੋ ਬੈਟਲ ਆਫ ਬਡੇਰਾ ਹੈ ਇਸ ਦੇ ਬਾਰੇ ਵਿੱਚ ਪੁੱਛਿਆ ਜਾਂਦਾ ਹੈ ਕਿ ਬੈਟਲ ਆਫ ਬਡੇਰਾ ਕਿੰਦੇ ਵਿਚਕਾਰ ਹੋਈ ਹੈ। ਠੀਕ ਹੈ, ਕਿਹੜੀਆਂ ਦੋ ਪਾਵਰਸ ਹੈ ਜਿਨ੍ਹਾਂ ਦੇ ਵਿਚਕਾਰ ਇਸ ਬੈਟਲ ਨੂੰ ਕਰਵਾਇਆ ਗਿਆ। ਠੀਕ ਹੈ, ਤਾਂ ਇਹ ਜੋ ਈਸਟ ਇੰਡੀਆ ਕੰਪਨੀ ਬ੍ਰਿਟਿਸ਼ ਵਾਲੀ, ਠੀਕ ਹੈ, ਵਰਸਸ ਡੱਚ ਈਸਟ ਇੰਡੀਆ ਕੰਪਨੀ। ਠੀਕ ਹੈ, ਯਾਨੀ ਕਿ ਬ੍ਰਿਟਿਸ਼ਰਸ ਐਂਡ ਡਚਸ ਦੇ ਵਿਚਕਾਰ ਬੈਟਲ ਆਫ ਬਡੇਰਾ ਹੋਈ ਸੀਗੀ। ਇਹਦਾ ਤੁਸੀਂ ਸਾਲ ਵੀ ਯਾਦ ਰੱਖੋਗੇ 1759। ਜਿਹੜੇ ਸਾਲ ਮੈਨੂੰ ਲੱਗੇਗਾ ਕਿ ਯਾਦ ਕਰਨ ਵਾਲੇ ਹੈਗੇ ਨੇ ਯਾਨੀ ਕਿ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਨੇ ਉਹ ਮੈਂ ਤੁਹਾਨੂੰ ਆਟੋਮੈਟਿਕਲੀ ਦੱਸਦੀ ਹੀ ਜਾਊਂਗੀ, ਅਦਰਵਾਈਜ਼ ਸਾਰੇ ਸਾਲ ਯਾਦ ਨਹੀਂ ਕਰਨੇ। ਠੀਕ ਹੈ, ਬਿਲਕੁਲ ਰਾਇਤਾ ਫੈਲ ਜਾਏਗਾ। ਆਲਰਾਈਟ, ਚਲੋ ਹੁਣ ਤੁਸੀਂ ਦੇਖੋ ਜਿਹੜੀ ਬੈਟਲ ਆਫ ਬਡੇਰਾ ਹੈ ਇਹ ਕਦੋਂ ਹੋਈ? 1759 ਦੇ ਵਿੱਚ। ਓਕੇ, ਐਂਡ 25 ਆਫ ਨਵੰਬਰ ਤੱਕ ਚੱਲੀ ਹੈ, 1 ਆਫ ਨਵੰਬਰ ਤੋਂ ਲੈ ਕੇ। ਬਟ ਇਹਦੇ ਵਿੱਚ ਸਾਲ ਜ਼ਿਆਦਾ ਇੰਪੋਰਟੈਂਟ ਰਹੇਗਾ, ਡੇਟਸ ਨਹੀਂ। ਓਕੇ, 1759 ਐਂਡ ਇਹਨਾਂ ਨੇ ਆਪਣੀ ਇੰਡਸਟਰੀਜ਼ ਦੇ ਵਿੱਚ ਨਾ ਸੈਲਰੀਡ ਪਰਸਨ ਨੂੰ ਵੀ ਰੱਖਿਆ। ਉਹਨਾਂ ਨੂੰ ਫਿਰ ਇਹ 골ਡ ਦੇ ਕੋਇਨ ਸੈਲਰੀ ਦੇ ਵਜੋਂ ਦਿੰਦੇ ਹੁੰਦੇ ਸੀਗੇ। ਓਕੇ, ਤੇ ਜਿਹੜੇ 골ਡ ਕੋਇਨ ਦਿੰਦੇ ਸੀ ਨਾਮ ਕੀ ਹੁੰਦਾ ਸੀ ਉਹਨਾਂ ਦਾ? ਪਿਗੋਡਾ। ਆਲਰਾਈਟ,
ਹੁਣ देखो धीरे धीरे करके की हो रहा है, जदों ये बैटल ऑफ बडेरा हुई उस तो बाद ਜਿਹੜੇ ਡਚਸ ਨੇ ਨਾ ਇਹ ਐਸ ਬੈਟਲ ਦੇ ਵਿੱਚ ਹਾਰ ਗਏ, ਠੀਕ ਹੈ, ਲੂਜ਼ ਕਰ ਗਏ। ਤਾਂ ਫਿਰ ਇਹਨਾਂ ਨੇ ਆਲਮੋਸਟ ਇੰਡੀਆ ਨੂੰ ਛੋੜ ਦਿੱਤਾ ਤੇ ਸਾਊਥ ਈਸਟ ਏਸ਼ੀਆ ਵਾਲੀ ਸਾਈਡ ਇਹ ਮੂਵ ਕਰ ਗਏ, ਠੀਕ ਹੈ। ਤਾਂ ਇੰਡੀਆ ਦੇ ਵਿੱਚ ਇਹਨਾਂ ਦਾ ਸਫ਼ਰ ਬਹੁਤ ਜ਼ਿਆਦਾ ਲੰਬਾ ਨਹੀਂ ਹੈ, ਇਸ ਲਈ ਪੇਪਰ ਦੇ ਵਿੱਚ ਸਿਰਫ ਇਹਦੇ ਵਿੱਚੋਂ 2-3 ਕੁਐਸਚਨ ਆ ਸਕਦੇ ਆ। ਕਿਹੜੇ ਕਿਹੜੇ? ਇੱਕ ਤਾਂ ਇਹ ਕਿ ਨੀਦਰਲੈਂਡ ਦੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਕਿਹੜੀ ਕੰਪਨੀ ਬਿਲੋਂਗ ਕਰੇਗੀ, ਤਾਂ ਡੱਚ ਈਸਟ ਇੰਡੀਆ ਕੰਪਨੀ, ਠੀਕ ਹੈ। ਇਹਦੀ ਐਸਟੈਬਲਿਸ਼ਮੈਂਟ ਕਦੋਂ ਹੋਈ? 1602 ਦੇ ਵਿੱਚ ਹੋ ਰਹੀ ਹੈ। ਪਹਿਲੀ ਫੈਕਟਰੀ ਇਹਨਾਂ ਨੇ ਇੰਡੀਆ ਦੇ ਵਿੱਚ ਕਿੱਥੇ ਬਣਾਈ? ਤਾਂ ਮਸੌਲੀਪਟਨਮ ਜੋ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਹੈ, ਇੱਥੇ ਇਹਨਾਂ ਦੀ ਪਹਿਲੀ ਫੈਕਟਰੀ ਬਣ ਰਹੀ ਹੈ, ਠੀਕ ਹੈ। ਇੰਡੀਆ ਨੂੰ ਟੈਕਸਟਾਈਲ ਸੈਂਟਰ ਦੇ ਰੂਪ ਦੇ ਵਜੋਂ ਕਿਹੜੀ ਕੰਪਨੀ ਨੇ ਕਨਵਰਟ ਕੀਤਾ? ਤਾਂ ਇਹ ਹੈ ਡੱਚ ਈਸਟ ਇੰਡੀਆ ਕੰਪਨੀ ਹੀ, ਠੀਕ ਹੈ। और सब तो ज़्यादा इंपॉर्टेंट क्वेश्चन दैट इज बैटल ऑफ बडेरा, ठीक है। तो बैटल ऑफ बडेरा जो है एक किदे विचकार लड़ी गई? तो ब्रिटिश ईस्ट इंडिया कंपनी वर्सिस डच ईस्ट इंडिया कंपनी, ठीक है। बस ये 4-5 पॉइंट ने जेडे तुसी याद रखने हैं, ओके। इस तो बाद जेडी कंपनी आ रही है ये अपने पेपर के लिए बहुत ही ज़्यादा इंपॉर्टेंट है, बिकॉज यही वो कंपनी है जिसने कि सब तो ज़्यादा टाइम इंडिया के उपर राज किया है, ठीक है। और जिंदे तो आज़ादी लैन लई अपने जिहड़े सैनानी है उन्होंने बहुत लंबा संघर्ष करना पिया है ना। तुहानूं सब नूं ही पता होएगा डच तो बाद आ जाती है फिर ब्रिटिश या फिर इंग्लिश ईस्ट इंडिया कंपनी, ठीक है। देखो जिद्दां लंडन की लोकेशन है, लंडन तो एक केप ऑफ गुड होप दे विचों हुंदे होए कित्थे पहुंच रहे ने? इंडिया पहुंच रहे हैं, ठीक है। और एक इन्हां दी जो ब्रांच है ये चली जाती है चाइना दे विच, ठीक है। तो इन्हां ने भी केप ऑफ गुड होप जो कि आपां पढ़िया सीगा 1498 दे विच 1498 दे विच वास्को डे गामा ने खोजा सीगा, है ना। और उसे ही पोर्चुगीज यात्री वालों खोजे गए ऐसे रस्ते के थ्रू ही जो ब्रिटिश ईस्ट इंडिया कंपनी है ये भी आ रही है। वाई? बिकॉज हाले तक सुइज कैनाल जो है हाले ओपन नहीं हुई है, बहुत अगे जाके नहीं होना है, तो इसलिए इसे वाले रूट ਨੂੰ ही यूरोपियन कंपनीज वालों फॉलो किया जा रहा है, ओके। तो अगर आप इन्हां दे पहले मर्चेंट की गल करते हैं तो 1599 ਦੇ ਵਿੱਚ देखो हाले तक कंपनी की शुरुआत नहीं हुई है, कंपनी बन रही है 1600 ਦੇ ਵਿੱਚ जाके। उस तो 1 साल पहला ही 1599 की गल है जदों इत्थे दे इंग्लिश मर्चेंट्स जिन्हां ने अपने आप नूं मर्चेंट्स एडवेंचरर्स के रूप दे विच बुलाया सी, ठीक है। उन्होंने इस कंपनी नूं शुरुआत करने की कोशिश की, ठीक है। तो 1599 दे विच जॉन मेल्डन हॉफ नाम का एक परसन है जो कि इंडिया दे विच एंटर किया है, ओके। बट ये किसी इंडियन राजे दे दरबार दे विच नहीं आया, ठीक है। तेनू बहुत ज़्यादा सफलता नहीं मिली है और फिर ये वापस मुड़ गया, ओके। उस तो बाद की हो रहा है फिर 31 दिसंबर एंदी तुसी डेट भी याद रखनी है, ठीक है। 31 दिसंबर 1600 का दिन है जदों ब्रिटिश ईस्ट इंडिया कंपनी की ऑफिशियली शुरुआत हो रही है, ठीक है। तो ये वाले क्वेश्चन दे विच तुसी याद रखना है कि क्वीन एलिजाबैथ 1 और रानी है जो कि ब्रिटिश ईस्ट इंडिया कंपनी की फॉर्मेशन के टाइम दे विच लंडन के उपर राज कर रही सी, ठीक है। और ऐसे ही रानी ने जो ब्रिटिश ईस्ट इंडिया कंपनी है इसनू की दिता है, इसनू फरमान दिता है, चार्टर जारी किया है, ठीक है। और अगर लंडन दे विच उस टाइम क्वीन एलिजाबैथ हैगी है तो इंडिया दे विच भी तो कोई ना कोई राज कर ही रहा होएगा ना। तो 31 दिसंबर 1600 यानी कि ईस्ट इंडिया कंपनी की फॉर्मेशन के टाइम के उपर इंडिया दे विच राज है अकबर दा, ओके। ये अलग क्वेश्चन है फॉर्मेशन के टाइम। और जदों इंडिया दे विच आ रहे हैं, जदों इन्होंने इत्थे अपनियां एस्टैबलिशमेंट करनियां स्टार्ट कीतियां, जदों हॉकिंस एंड रॉ इंडिया दे विच आउणगे उदों फिर इत्थे अकबर नहीं है, उदों फिर केड़ा राजा रहेगा? जहांगीर, ठीक है। तो दोनों ही नाम तुसी याद रखने ने, ओके। कि जदों तक शुरुआत हो रही है ईस्ट इंडिया कंपनी की फॉर्मेशन हो रही है उस टाइम राजा है अकबर, और जदों हॉकिंस एंड रो वगैरह इत्थे आ रहे ने अपनियां एस्टैबलिशमेंट करन दे लई तां उदों किहड़े दरबार दे विच आणगे? ओह जहांगीर दे दरबार दे विच, ठीक है। तो जिहड़ी क्वीन एलिजाबैथ है इन्हां ने जिहड़ा चार्टर दिता उस चार्टर दे विच इस कंपनी नूं मोनोपली दित्ती गई 15 साल दे लई। मोनोपली का मतलब इन्हां नूं एकाधिकार दे दिता गया कि कोई भी ऐदां दी लंडन की कंपनी इंडिया दे विच आके अपना व्यापार नहीं करेगी, सिर्फ ईस्ट इंडिया कंपनी
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਹੀ ਹੱਕ ਹੋਏਗਾ ਕਿ ਉਹ ਇੰਡੀਆ ਦੇ ਵਿੱਚ ਆ ਕੇ ਵਪਾਰ ਕਰੇ, ਠੀਕ ਹੈ। ਇਹਨਾਂ ਤੋਂ ਬਿਨਾ ਕੋਈ ਨਹੀਂ। ਪਹਿਲੀ ਵਾਰੀ ਕਿੰਨੇ ਸਾਲ ਦੇ ਲਈ ਦਿੱਤਾ ਗਿਆ, ਯਾਦ ਰੱਖਣਾ ਹੈ 15 ਸਾਲ ਦੇ ਲਈ ਦਿੱਤਾ ਗਿਆ, ਓਕੇ। ਇਸ ਤੋਂ ਬਾਅਦ ਫਿਰ ਧੀਰੇ ਧੀਰੇ ਕਰਕੇ ਜਦੋਂ ਇਹਨਾਂ ਦੇ ਅਲੱਗ-ਅਲੱਗ ਪਰਸਨ ਆ ਰਹੇ ਨੇ ਤਾਂ 1609 ਦਾ ਜਦੋਂ ਟਾਈਮ ਆਇਆ ਉਦੋਂ ਇੱਥੇ ਰਾਜਾ ਹੈ ਜੇਮਸ 1, ਠੀਕ ਹੈ। ਔਰ ਇਹੀ ਉਹ ਰਾਜਾ ਹੈ ਜਿਸ ਨੇ ਇਸ ਮੋਨੋਪੋਲੀ ਨੂੰ ਅਨਲਿਮਿਟਿਡ ਟਾਈਮ ਦੇ ਲਈ, ਇਨਡੈਫੀਨਿਟ ਟਾਈਮ ਦੇ ਲਈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਦੇ ਦਿੱਤਾ, ਠੀਕ ਹੈ। ਮਤਲਬ ਕੀ ਹੈ, ਸ਼ੁਰੂ ਦੇ ਵਿੱਚ ਤਾਂ ਰਾਣੀ ਨੇ ਥੋੜਾ ਜਿਹਾ ਸੋਚਿਆ ਔਰ 15 ਸਾਲ ਦੇ ਲਈ ਹੀ ਇਹਨਾਂ ਨੂੰ ਮੋਨੋਪੋਲੀ ਦਿੱਤੀ ਕਿ ਫਿਊਚਰ ਵਿੱਚ ਇਹਦੇ 'ਚ ਕੋਈ ਚੇਂਜਸ ਆ ਸਕਦੇ ਨੇ, ਹੈ ਨਾ। ਬਟ ਜਦੋਂ ਫਿਰ ਇਹ ਰਾਜਾ ਜੇਮਸ ਆਇਆ ਨਾ ਉਦੋਂ ਬਿਲਕੁਲ ਹੀ ਸਿਨੈਰੀਓ ਬਦਲ ਚੁੱਕਿਆ ਹੈ। ਇਹਨੇ ਫਿਰ ਈਸਟ ਇੰਡੀਆ ਕੰਪਨੀ ਨੂੰ ਸਾਰੀ ਮੋਨੋਪੋਲੀ ਦੇ ਦਿੱਤੀ ਹੈ ਕਿ ਹਮੇਸ਼ਾ ਦੇ ਲਈ ਤੁਸੀਂ ਇੱਥੇ ਰਾਜ ਕਰੋਗੇ, ਹੈ ਨਾ। ਪਰ ਦੇਖੋ ਜਦੋਂ ਇੱਕ ਰਾਜਾ ਕੋਈ ਫਰਮਾਨ ਜਾਰੀ ਕਰਦਾ ਹੈ ਤਾਂ ਦੂਸਰਾ ਰਾਜਾ ਆ ਕੇ ਉਸ ਨੂੰ ਕੈਂਸਲ ਵੀ ਕਰ ਸਕਦਾ ਹੈ ਔਰ ਐਕਸਟੈਂਡ ਵੀ ਕਰ ਸਕਦਾ ਹੈ ਨਾ। ਤਾਂ ਫਿਰ ਇਹ ਵਾਲੀ ਜੋ ਮੋਨੋਪੋਲੀ ਹੈ ਇਹ ਚਾਹੇ ਅਨਲਿਮਿਟਿਡ ਟਾਈਮ ਦੇ ਲਈ ਦਿੱਤੀ ਗਈ ਸੀ ਪਰ 1813 ਤੱਕ ਚੱਲੀ, ਯਾਨੀ ਕਿ 1600 ਤੋਂ ਲੈ ਕੇ 1813 ਤੱਕ ਈਸਟ ਇੰਡੀਆ ਕੰਪਨੀ ਦੇ ਕੋਲੋਂ ਮੋਨੋਪੋਲੀ ਰਹੀ ਕਿ ਇਹ ਇੱਥੇ ਵਪਾਰ ਕਰਨਗੇ ਇਕੱਲੇ। ਫਿਰ 1813 ਦਾ ਜੋ ਐਕਟ ਆਇਆ ਉਸ ਦੇ ਵਿੱਚ ਫਿਰ ਇਹ ਬੋਲਿਆ ਗਿਆ ਕਿ ਇਹਨਾਂ ਨੂੰ ਪੂਰੀ ਮੋਨੋਪੋਲੀ ਹੁਣ ਨਹੀਂ ਦਿੱਤੀ ਜਾ ਸਕਦੀ, ਠੀਕ ਹੈ। ਤੇ ਟੀ ਨੂੰ ਔਰ ਟਬੈਕੋ ਨੂੰ ਛੋੜ ਕੇ ਬਾਕੀ ਸਾਰੀ ਜੋ ਮੋਨੋਪੋਲੀ ਹੈ ਇਹ ਖਤਮ ਕਰ ਦਿੱਤੀ ਗਈ ਤੇ ਬਾਕੀ ਸਾਰਾ ਵਪਾਰ ਹੁਣ ਦੂਸਰੀਆਂ ਕੰਪਨੀਆਂ ਵੀ ਇੱਥੇ ਆ ਕੇ ਕਰ ਸਕਣਗੀਆਂ, ਇਹ ਬੋਲਿਆ ਗਿਆ, ਓਕੇ। ਫਾਈਨਲੀ ਪੂਰੀ ਤਰ੍ਹਾਂ ਕਦੋਂ ਖਤਮ ਕੀਤੀ ਗਈ, ਯਾਨੀ ਕਿ ਜਦੋਂ ਇਹਦੇ 'ਚ ਹੁਣ ਟਬੈਕੋ ਦਾ ਕੋਈ ਸੀਨ ਨਹੀਂ ਹੈ, ਟੀ ਦਾ ਕੋਈ ਸੀਨ ਨਹੀਂ ਹੈ, ਪੂਰੀ ਤਰ੍ਹਾਂ ਇਹਨਾਂ ਦੀ ਜੋ ਮੋਨੋਪੋਲੀ ਹੈ ਇਸ ਨੂੰ 1833 ਦੇ ਵਿੱਚ ਜੋ ਐਕਟ ਆਇਆ ਉਸ ਦੇ ਅੰਡਰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ, ਠੀਕ ਹੈ। ਤਾਂ ਈਸਟ ਇੰਡੀਆ ਕੰਪਨੀ ਜੋ ਹੈ ਇਹ ਕੀ ਹੈਗੀ ਹੈ, ਇਹ ਇੱਕ ਪ੍ਰਾਈਵੇਟ ਕੰਪਨੀ ਹੈ, ਠੀਕ ਹੈ। ਪ੍ਰਾਈਵੇਟ ਕੰਪਨੀ ਹੈ ਚਾਹੇ, ਬਟ ਜੋ ਇੱਥੇ ਦੀ ਰਾਣੀ ਸੀ ਨਾ ਐਲਿਜ਼ਾਬੈਥ 1 ਉਹਦੇ ਇਹਦੇ ਵਿੱਚ ਸ਼ੇਅਰ ਹੈਗੇ ਸੀ, ਸ਼ੇਅਰ ਹੋਲਡਰ ਸੀ, ਆਲਰਾਈਟ। ਤੇ ਇਸ ਕੰਪਨੀ ਨੂੰ ਰਨ ਕੀਤਾ ਜਾਂਦਾ ਸੀ ਬੋਰਡ ਆਫ ਡਾਇਰੈਕਟਰਸ ਵੱਲੋਂ, ਰਾਈਟ। ਐਂਡ ਇਸ ਡਾਇਰੈਕਟਰ ਜਿਹੜੇ ਹੈਗੇ ਨਾ ਬੋਰਡ ਆਫ ਡਾਇਰੈਕਟਰਸ ਇਹਦੇ ਵਿੱਚ ਟੋਟਲ 24 ਮੈਂਬਰਸ ਹੁੰਦੇ ਸੀਗੇ। ਇਹ ਕਿਹੜੇ ਮੈਂਬਰ ਹੁੰਦੇ ਸੀ, ਆਪਾਂ ਹੁਣੇ ਉੱਪਰ ਕੀਤਾ ਕਿ ਇਹ ਉਹ ਕੰਪਨੀ ਹੈ ਜੋ ਕਿ ਪ੍ਰਾਈਵੇਟ ਹੈ ਔਰ ਕਾਫੀ ਸਾਰੇ ਪਰਸਨ ਦੇ ਇਹਦੇ ਵਿੱਚ ਸ਼ੇਅਰ ਹੈਗੇ ਨੇ, ਸਟੇਕ ਹੈਗੇ ਨੇ, ਠੀਕ ਹੈ। ਤੇ ਜਿਹੜੇ ਇਹਦੇ ਸਭ ਤੋਂ ਵੱਡੇ ਸਟੇਕ ਹੋਲਡਰ ਹੁੰਦੇ ਸੀ, ਸਭ ਤੋਂ ਵੱਡੇ ਸ਼ੇਅਰ ਹੋਲਡਰ ਹੁੰਦੇ ਸੀ ਨਾ, ਉਹਨਾਂ 24% ਨੂੰ ਫਿਰ ਇਹਦੇ ਬੋਰਡ ਆਫ ਡਾਇਰੈਕਟਰ ਦੇ ਵਿੱਚ ਇਨਕਲੂਡ ਕਰ ਲਿਆ ਜਾਂਦਾ ਸੀ। ਉਹੀ ਫਿਰ ਇਸ ਕੰਪਨੀ ਦੇ ਨਾਲ ਰਿਲੇਟਡ ਸਾਰੇ ਹੀ ਫੈਸਲੇ ਲੈਂਦੇ ਸੀ, ਓਕੇ। ਤੇ ਇਸ ਕੰਪਨੀ ਦਾ ਫਸਟ ਗਵਰਨਰ ਜ਼ਰੂਰ ਯਾਦ ਰੱਖਣਾ ਹੈ, ਨਾਮ ਹੈ ਥੋਮਸ ਸਮਿਥ, ਠੀਕ ਹੈ। ਬਟ ਇਹਨੂੰ ਸੂਰਤ ਦੀ ਪਰਮਿਸ਼ਨ ਨਹੀਂ ਮਿਲੀ ਫੈਕਟਰੀ ਲਗਾਉਣ ਦੀ, ਠੀਕ ਹੈ। ਵਪਾਰ ਕਰਨ ਦੀ ਪਰਮਿਸ਼ਨ ਜੋ ਹੈ ਇਹ ਤਾਂ ਕੁਈਨ ਐਲਿਜ਼ਾਬੈਥ ਨੇ ਦੇ ਹੀ ਦਿੱਤੀ ਸੀ, ਹੈ ਨਾ। ਬਟ ਇੰਡੀਆ ਦੇ ਵਿੱਚ ਆ ਕੇ ਵੀ ਤਾਂ ਰਾਜਿਆਂ ਦੇ ਕੋਲੋਂ ਇਹਨਾਂ ਨੂੰ ਪਰਮਿਸ਼ਨ ਲੈਣੀ ਪੈਣੀ ਹੈ ਨਾ। ਸਿਰਫ ਲੰਡਨ ਦੇ ਕੋਲੋਂ ਮੋਨੋਪੋਲੀ ਮਿਲਣ ਨਾਲ ਕੁਝ ਨਹੀਂ ਹੋਣ ਵਾਲਾ, ਹੈ ਨਾ। ਤਾਂ ਇਸ ਲਈ ਫਿਰ ਜਦੋਂ ਇਹ ਇੱਥੇ ਦੇ ਦਰਬਾਰ ਦੇ ਵਿੱਚ ਆ ਰਹੇ ਹੈ ਤਾਂ ਇਹਨਾਂ ਨੂੰ ਇਹਨਾਂ ਨੂੰ ਇਹ ਵਾਲਾ ਕੰਮ ਕਰਨ ਦੀ, ਫੈਕਟਰੀ ਲਗਾਉਣ ਦੀ ਪਰਮਿਸ਼ਨ ਸੂਰਤ ਵਿੱਚ ਨਹੀਂ ਮਿਲ ਰਹੀ। ਹੁਣ ਕੁਐਸਚਨ ਆਉਂਦਾ ਹੈ ਕਿ ਪਰਮਿਸ਼ਨ ਕਿਉਂ ਨਹੀਂ ਮਿਲ ਰਹੀ। ਤਾਂ ਜਿਹੜਾ ਪੋਰਚੁਗੀਜ਼ ਹੈਗੇ ਸੀ, ਆਪਾਂ ਕੀ ਕੀਤਾ ਕਿ 1498 ਤੋਂ ਹੀ ਉਹ ਇੰਡੀਆ ਦੇ ਵਿੱਚ ਆਪਣਾ ਹੋਲਡ ਬਣਾ ਕੇ ਬੈਠੇ ਹੋਏ ਆ ਤੇ ਹੁਣ 200 ਸਾਲ ਦੇ ਕਰੀਬ ਇਹਨਾਂ ਨੂੰ ਹੋ ਚੁੱਕੇ ਨੇ। ਤਾਂ 200 ਸਾਲ ਦੇ ਵਿੱਚ ਫਿਰ ਜਿਹੜੇ ਇੰਡੀਅਨ ਰਾਜੇ ਸੀਗੇ ਨਾ ਉਹਨਾਂ ਦੇ ਉੱਪਰ ਇਹਨਾਂ ਦਾ ਬਹੁਤ ਜ਼ਿਆਦਾ ਇਨਫਲੂਐਂਸ ਸੀਗਾ, ਜਿਸ ਦੇ ਕਰਕੇ ਪੋਰਚੁਗੀਜ਼ ਤਾਂ ਚਾਹੁੰਦੇ ਹੀ ਨਹੀਂ ਸੀ ਕਿ ਕੋਈ ਹੋਰ ਕੰਪਨੀ ਆਏ ਔਰ ਸਾਡੀ ਸਾਰੀ ਇੱਥੇ ਦੀ ਜਿਹੜੀ ਸੱਤਾ ਹੈ ਇਹਨੂੰ ਆਪਦੇ ਅੰਡਰ ਲੈ ਲੇ, ਹੈ ਨਾ। ਸਾਡਾ ਜਿਹੜਾ ਟ੍ਰੇਡ ਹੈ ਉਹਨੂੰ ਆਪਦੇ ਅੰਡਰ ਲੈ ਲੇ। ਇਸੇ ਕਰਕੇ ਹੀ ਪੋਰਚੁਗੀਜ਼ ਜੋ ਹੈ ਉਹ ਰਾਜਾ ਨੂੰ ਕਹਿੰਦੇ ਰਹਿੰਦੇ ਸੀ ਕਿ ਤੁਸੀਂ ਇਹਨਾਂ ਨੂੰ ਮੋਨੋਪੋਲੀ ਨਹੀਂ ਦਿਓਗੇ, ਤੁਸੀਂ ਇਹਨਾਂ ਨੂੰ ਪਰਮਿਸ਼ਨ ਨਹੀਂ ਦਿਓਗੇ ਸੂਰਤ ਵਿੱਚ ਫੈਕਟਰੀ ਲਗਾਉਣ ਦੀ, ਠੀਕ ਹੈ। ਇਸੇ ਕਰਕੇ ਹੀ ਫਿਰ ਜਹਾਂਗੀਰ ਜੋ ਹੈ ਇਹਨਾਂ ਨੂੰ ਲਗਾਤਾਰ ਨਾ ਕਰਦਾ ਰਿਹਾ ਕਿ ਤੁਸੀਂ ਸੂਰਤ ਵਾਲੀ ਸਾਈਡ ਫੈਕਟਰੀ ਨਹੀਂ ਲਗਾ ਸਕਦੇ, ਓਕੇ। ਤਾਂ ਫਿਰ ਨਾ ਕੀ ਹੋ ਰਿਹਾ ਆ, 1608 ਦੇ ਵਿੱਚ ਇਹ ਕੰਪਨੀ ਪ੍ਰੋਪਰਲੀ ਇੰਡੀਆ ਦੇ ਵਿੱਚ ਆ ਗਈ ਹੈ ਨਾ। ਚਲੋ 1608 ਵਿੱਚ ਪਹੁੰਚ ਗਏ। ਹੁਣ 1609 ਦੇ ਵਿੱਚ ਕੀ ਹੋ ਰਿਹਾ, ਕੈਪਟਨ ਹੌਕਿੰਸ ਜੋ ਹੈ ਇਹ ਪਹੁੰਚ ਰਿਹਾ ਹੈ ਜੀ ਜਹਾਂਗੀਰ ਦੇ ਦਰਬਾਰ ਦੇ ਵਿੱਚ। ਤੇ ਕੈਪਟਨ ਹੌਕਿੰਸ ਪਹਿਲਾਂ ਐਦਾ ਦਾ ਬ੍ਰਿਟਿਸ਼ ਗਵਰਨਰ ਰਹੂਗਾ ਜੋ ਕਿ ਜਹਾਂਗੀਰ ਦੇ ਦਰਬਾਰ ਦੇ ਵਿੱਚ ਆਇਆ ਹੈ, ਠੀਕ ਹੈ। ਚਾਹੇ 1599 ਦੇ ਵਿੱਚ ਜੌਨ ਮਿਲਡਨ ਹੋਫ ਵੀ ਇੰਡੀਆ ਆਇਆ ਸੀ, ਬਟ ਉਹ ਕਦੀ ਵੀ ਜੋ ਜਹਾਂਗੀਰ ਦੇ ਦਰਬਾਰ ਦੇ ਵਿੱਚ ਨਹੀਂ ਪਹੁੰਚਿਆ, ਠੀਕ ਹੈ। ਤੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਪਹੁੰਚਣ ਵਾਲਾ ਫਿਰ ਪਹਿਲਾ ਪਰਸਨ ਕੌਣ ਹੈ, ਇਹ ਰਹੇਗਾ ਕੈਪਟਨ ਹੌਕਿੰਸ, ਠੀਕ ਹੈ। ਤਾਂ ਇਹ ਜਦੋਂ ਦਰਬਾਰ ਦੇ ਵਿੱਚ ਆਇਆ
ਤਾਂ ਇਸਨੇ ਫਿਰ ਜੋ ਜਹਾਂਗੀਰ ਹੈ ਇਸਨੂੰ ਇੰਪ੍ਰੈਸ ਕਰਨ ਦੇ ਲਈ ਆਪਣਾ ਰੋਲ ਪਲੇ ਕਰਨਾ ਸਟਾਰਟ ਕੀਤਾ। ਇਹਨੇ ਟਰਕਿਸ਼ ਲੈਂਗੁਏਜ ਦੇ ਵਿੱਚ ਗੱਲ ਕਰਨਾ ਸਟਾਰਟ ਕਰ ਦਿੱਤਾ ਤੇ ਜਹਾਂਗੀਰ ਬਹੁਤ ਹੀ ਜ਼ਿਆਦਾ ਇਹਦੇ ਤੋਂ ਇੰਪ੍ਰੈਸ ਹੋ ਰਿਹਾ। ਕਿਸ ਲਈ? ਉਹਨੇ ਸੋਚਿਆ ਕਿ ਇੱਕ ਗੋਰਾ ਬੰਦਾ ਆ, ਫੋਰਨ ਤੋਂ ਆਇਆ ਹੈ ਔਰ ਸਾਡੀ ਲੋਕਲ ਲੈਂਗੁਏਜ ਯੂਜ਼ ਕਰ ਰਿਹਾ ਹੈ, ਵਾਹ। ਤਾਂ ਜਹਾਂਗੀਰ ਇੰਨੇ ਜ਼ਿਆਦਾ ਖੁਸ਼ ਹੋਏ ਕਿ ਇਹਨਾਂ ਨੇ ਫਿਰ ਕੈਪਟਨ ਹੌਕਿੰਸ ਨੂੰ 400 ਮਨਸਬ ਜਾਰੀ ਕਰ ਦਿੱਤੇ। ਠੀਕ ਹੈ, ਇਸ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਉਪਾਧੀ ਹੈ ਜਿਹੜੀ ਕਿ ਜਹਾਂਗੀਰ ਨੇ ਕੈਪਟਨ ਹੌਕਿੰਸ ਨੂੰ ਦਿੱਤੀ ਹੈ। ਠੀਕ ਹੈ, ਇਹ ਕਿਹੜੀ ਉਪਾਧੀ ਹੈ? ਇੰਗਲਿਸ਼ ਖਾਨ ਦੀ ਉਪਾਧੀ। ਤਾਂ ਇਹ ਕੁਐਸਚਨ ਬੰਦਾ ਹੁੰਦਾ ਹੈ ਕਿ ਕਿਹੜੇ ਰਾਜੇ ਨੇ ਕੈਪਟਨ ਹੌਕਿੰਸ ਨੂੰ ਇੰਗਲਿਸ਼ ਖਾਨ ਦੀ ਉਪਾਧੀ ਦਿੱਤੀ, ਜਾਂ ਫਿਰ ਕੈਪਟਨ ਹੌਕਿੰਸ ਨੂੰ ਜਹਾਂਗੀਰ ਵੱਲੋਂ ਕਿਹੜੀ ਉਪਾਧੀ ਦਿੱਤੀ ਗਈ। ਯਾਨੀ ਇਹਨੂੰ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ ਪੁੱਛਿਆ ਜਾ ਸਕਦਾ ਹੈ। ਤਾਂ ਤੁਸੀਂ ਯਾਦ ਰੱਖੋਗੇ ਕਿ ਜੋ ਜਹਾਂਗੀਰ ਰਾਜਾ ਹੈ ਇਸਨੇ ਕੈਪਟਨ ਹੌਕਿੰਸ ਨੂੰ ਇੰਗਲਿਸ਼ ਖਾਨ ਦੀ ਉਪਾਧੀ ਦਿੱਤੀ ਸੀ। ਠੀਕ ਹੈ, ਹੁਣ ਆ ਗਿਆ 1611 ਦਾ ਦਿਨ। ਠੀਕ ਹੈ, ਤਾਂ ਇਹਨਾਂ ਨੇ ਫਿਰ ਕੀ ਕੀਤਾ? ਅੰਗਰੇਜ਼ਾਂ ਨੂੰ ਲੱਗਿਆ ਕਿ ਦੇਖੋ ਸਾਨੂੰ ਸੂਰਤ ਦੇ ਵਿੱਚ ਫੈਕਟਰੀ ਐਸਟੈਬਲਿਸ਼ ਕਰਨ ਦਾ ਟਾਈਮ ਨਹੀਂ ਮਿਲ ਰਿਹਾ, ਸਾਨੂੰ ਇਹ ਵਾਲੀ ਐਸਟੈਬਲਿਸ਼ਮੈਂਟ ਦੇ ਲਈ ਪਰਮਿਸ਼ਨ ਨਹੀਂ ਮਿਲ ਰਹੀ। ਤਾਂ ਫਿਰ ਇਸੇ ਕਰਕੇ ਹੀ ਇਹਨਾਂ ਨੇ 1611 ਦੇ ਵਿੱਚ ਮਨ ਜਿਹਾ ਮਾਰ ਕੇ ਮਸੋਲੀਪਟਨਮ, ਜਿਸ ਦੀ ਲੋਕੇਸ਼ਨ ਆਂਧਰਾ ਪ੍ਰਦੇਸ਼ ਦੇ ਵਿੱਚ ਮਿਲੇਗੀ, ਠੀਕ ਹੈ, ਇੱਥੇ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਖੋਲੀ ਹੈ। ਤਾਂ ਪਲੀਜ਼ ਇਹ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ, ਸੂਰਤ ਦੇ ਵਿੱਚ ਅੰਗਰੇਜ਼ਾਂ ਨੇ ਆਪਣੀ ਪਹਿਲੀ ਫੈਕਟਰੀ ਨਹੀਂ ਖੋਲੀ ਸੀ। ਓਕੇ, ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਖੋਲੀ ਹੈ ਮਸੋਲੀਪਟਨਮ, ਆਂਧਰਾ ਪ੍ਰਦੇਸ਼ ਦੇ ਵਿੱਚ। ਬਟ ਅਗਰ ਤੁਹਾਡੇ ਕੋਲ ਇਹ ਪੁੱਛਿਆ ਜਾਂਦਾ ਹੈ ਕਿ ਨਾਰਥ ਵੈਸਟ ਵਾਲੀ ਸਾਈਡ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਕਿੱਥੇ ਖੋਲੀ, ਤਾਂ ਫਿਰ ਇਸ ਦਾ ਆਨਸਰ ਸੂਰਤ ਆਏਗਾ। ਮਤਲਬ ਦੋ ਅਲੱਗ-ਅਲੱਗ ਕੁਐਸਚਨ ਬਣਨਗੇ, ਪਹਿਲੀ ਫੈਕਟਰੀ ਐਂਡ ਨਾਰਥ ਵੈਸਟ ਵਾਲੀ ਸਾਈਡ ਪਹਿਲੀ ਫੈਕਟਰੀ। ਠੀਕ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਕਿ ਅੰਗਰੇਜ਼ਾਂ ਨੇ, ਇੰਗਲਿਸ਼ ਈਸਟ ਇੰਡੀਆ ਕੰਪਨੀ ਨੇ ਆਪਣੀ ਜੋ ਪਹਿਲੀ ਫੈਕਟਰੀ ਹੈ ਸੂਰਤ ਦੇ ਵਿੱਚ ਖੋਲੀ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਹੋ ਰਿਹਾ ਹੈ? 1612 ਦੇ ਵਿੱਚ ਕੈਪਟਨ ਥਾਮਸ ਜੋ ਹੈ ਇਹਨੇ ਪੋਰਚੁਗੀਜ਼ ਨੂੰ ਇੱਕ ਲੜਾਈ ਦੇ ਵਿੱਚ ਹਰਾ ਦਿੱਤਾ। ਹੁਣ ਤੁਸੀਂ ਸੋਚੋ ਕਿ ਜਹਾਂਗੀਰ ਬੜਾ ਖੁਸ਼ ਕਿ ਬਈ ਜੋ ਪੋਰਚੁਗੀਜ਼ ਹੈ ਇਹਨਾਂ ਦੇ ਉੱਪਰ ਦੀ ਪਾਵਰ ਹੈ ਇਹ, ਠੀਕ ਹੈ, ਇਹਨਾਂ ਤੋਂ ਉੱਪਰ ਹੈਗੇ ਨੇ, ਇਹਨਾਂ ਤੋਂ ਜ਼ਿਆਦਾ ਤਾਕਤਵਰ ਹੈਗੇ ਆ, ਇਸ ਲਈ ਹੁਣ ਮੈਨੂੰ ਪੋਰਚੁਗੀਜ਼ ਕੋਲ ਡਰਨ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਹੁਣ ਇਹਨਾਂ ਨੂੰ ਪਰਮਿਸ਼ਨ ਦੇ ਸਕਦਾ ਕਿ ਤੁਸੀਂ ਸੂਰਤ ਦੇ ਵਿੱਚ ਆਪਣੀ ਫੈਕਟਰੀ ਨੂੰ ਐਸਟੈਬਲਿਸ਼ ਕਰੋ। ਠੀਕ ਹੈ, ਤਾਂ ਫਿਰ ਜਹਾਂਗੀਰ ਨੇ ਇਹਨਾਂ ਤੋਂ ਇੰਪ੍ਰੈਸ ਹੋ ਕੇ ਪਰਮਿਸ਼ਨ ਦੇ ਦਿੱਤੀ ਕਿ 1613 ਦੇ ਵਿੱਚ ਤੁਸੀਂ ਹੁਣ ਆਪਣੀ ਫੈਕਟਰੀ ਨੂੰ ਖੋਲ ਸਕਦੇ ਹੋ ਸੂਰਤ ਦੇ ਵਿੱਚ। ਠੀਕ ਹੈ, ਬਟ ਇਹ ਜੋ ਫੈਕਟਰੀ ਖੋਲੀ ਗਈ ਐਂਡ ਦੀ ਐਸਟੈਬਲਿਸ਼ਮੈਂਟ ਥੋਮਸ ਐਲਡਵਰਥ ਦੇ ਅੰਡਰ ਹੋ ਰਹੀ ਹੈ। ਫਿਰ 1615 ਦੇ ਵਿੱਚ ਇੱਕ ਹੋਰ ਇੰਪੋਰਟੈਂਟ ਪਰਸਨ ਹੈ ਜੋ ਕਿ ਬ੍ਰਿਟਿਸ਼ਰਸ ਵੱਲੋਂ ਇੰਡੀਆ ਦੇ ਵਿੱਚ ਆ ਰਿਹਾ ਹੈ। ਠੀਕ ਹੈ, ਨਾਮ ਹੈ ਸਰ ਥੋਮਸ रो। ਓਕੇ, ਹੁਣ ਕਿਉਂ ਆਇਆ? ਦੇਖੋ ਅੰਗਰੇਜ਼ਾਂ ਨੂੰ ਇਹ ਲੱਗਣ ਲੱਗ ਗਿਆ ਕਿ ਸੂਰਤ ਦੇ ਵਿੱਚ ਤਾਂ ਸਾਨੂੰ ਪਰਮਿਸ਼ਨ ਮਿਲ ਗਈ ਹੈ ਤੇ ਜਹਾਂਗੀਰ ਹੁਣ ਸਾਡੇ ਨਾਲ ਬੜਾ ਪੋਲਾਈਟ ਹੈ। ਠੀਕ ਹੈ, ਤਾਂ ਫਿਰ ਇਹ ਸਾਡੀਆਂ ਹੋਰ ਮੰਗਾਂ ਵੀ ਮੰਗ ਸਕਦਾ ਹੈ। ਤਾਂ ਕਿਉਂ ਨਾ ਐਦਾਂ ਕਰੀਏ ਕਿ ਸੂਰਤ ਨੂੰ ਛੱਡ ਕੇ, ਮਸੋਲੀਪਟਨਮ ਨੂੰ ਛੱਡ ਕੇ ਕਿਉਂ ਨਾ ਸਾਰੇ ਹੀ ਇੰਡੀਆ ਦੇ ਵਿੱਚ ਸਾਨੂੰ ਪਰਮਿਸ਼ਨ ਮਿਲ ਜਾਏ। ਠੀਕ ਹੈ, ਕਿਉਂ ਨਾ ਅਸੀਂ ਸਾਰੇ ਹੀ ਮੁਗਲ ਸਮਰਾਟ ਜਿਹੜੇ ਹੈਗੇ ਨੇ, ਮੁਗਲ ਸਮਰਾਜ ਜੋ ਹੈ ਉੱਥੇ ਆਪਣੀਆਂ ਫੈਕਟਰੀਜ਼ ਐਸਟੈਬਲਿਸ਼ ਕਰ ਸਕੀਏ। ਤਾਂ ਐਸੇ ਦੇ ਲਈ ਹੀ ਇੱਥੇ ਦੇ ਰਾਜਾ ਜੇਮਸ 1 ਨੇ ਭੇਜਿਆ ਥੋਮਸ रो ਨੂੰ। ਤਾਂ ਇਹ ਵੀ ਕੁਐਸਚਨ ਆਂਦਾ ਹੁੰਦਾ ਹੈ ਕਿ ਥੋਮਸ रो ਜੋ ਹੈ ਇਹ ਇੰਡੀਆ ਦੇ ਵਿੱਚ ਕਿਸ ਦਾ ਰਾਜਦੂਤ ਬਣ ਕੇ ਆਇਆ ਸੀ। ਠੀਕ ਹੈ, ਤਾਂ ਇਹ ਬਣਿਆ ਸੀਗਾ ਜੇਮਸ 1 ਦਾ ਰਾਜਦੂਤ ਔਰ ਇਹ ਪਹੁੰਚਿਆ ਕੋਰਟ ਆਫ ਜਹਾਂਗੀਰ ਤੇ। ਠੀਕ ਹੈ, ਜਿੱਥੇ ਪਹਿਲਾਂ ਕੌਣ ਆਇਆ ਸੀਗਾ? ਕੈਪਟਨ ਹੌਕਿੰਸ ਆਇਆ ਸੀ, ਫਿਰ ਉਸ ਤੋਂ ਬਾਅਦ ਥੋਮਸ रो ਇੱਥੇ ਹੀ ਆ ਰਿਹਾ। ਠੀਕ ਹੈ, ਔਰ ਇਹ ਫਿਰ ਇਸ ਕੋਰਟ ਦੇ ਵਿੱਚ 1699 ਤੱਕ ਟਿਕ ਕੇ ਰਿਹਾ। ਓਕੇ, ਤੇ ਥੋਮਸ रो ਜੋ ਹੈ ਇਹ ਜਦੋਂ ਆਇਆ ਤਾਂ ਇਹਨੇ ਫਿਰ ਇਹਨਾਂ ਕੋਲ ਹੁਣ ਕਿਹੜੀ ਪਰਮਿਸ਼ਨ ਲੈ ਲਈ ਹੈ? ਮੁਗਲਾਂ ਦੇ ਕੋਲੋਂ। ਮੁਗਲਾਂ ਨੇ ਇਹਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਸਾਰੇ ਹੀ ਮੁਗਲ ਐਮਪਾਇਰ ਦੇ ਵਿੱਚ ਹੁਣ ਆਪਣਾ ਵਪਾਰ ਕਰ ਸਕਦੇ ਹੋ। ਤਾਂ ਧੀਰੇ ਧੀਰੇ ਕਰਕੇ ਹੁਣ ਇਹਨਾਂ ਨੇ ਆਪਣੇ ਆਪ ਨੂੰ ਐਕਸਪੈਂਡ ਕਰਨਾ ਸਟਾਰਟ ਕਰ ਦਿੱਤਾ ਹੈ ਨਾ। ਹੁਣ ਉਸ ਤੋਂ ਬਾਅਦ ਰਾਜ ਕਿੰਦਾ ਆ ਗਿਆ ਜੀ? ਔਰੰਗਜ਼ੇਬ ਦਾ। ਤੇ ਔਰੰਗਜ਼ੇਬ ਮੰਨਿਆ ਜਾਂਦਾ ਹੈ ਕਿ ਮੁਗਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਧਾਕੜ ਰਾਜਾ, ਮਤਲਬ ਕਿ ਜਿਹੜਾ ਕਿ ਆਪਣਾ ਹੋਲਡ ਰੱਖ ਸਕਦਾ ਹੈ, ਜਿੰਦੇ ਤੋਂ ਇੰਗਲਿਸ਼ ਵੀ ਡਰਦੇ ਸੀਗੇ। ਠੀਕ ਹੈ, ਉਹ ਸੀਗਾ ਔਰੰਗਜ਼ੇਬ। ਔਰੰਗਜ਼ੇਬ ਦੀ 1707 ਦੇ ਵਿੱਚ ਡੈਥ ਹੋ ਜਾਂਦੀ ਹੈ ਤੇ ਇਹ ਵਾਲਾ ਜੋ ਪੀਰੀਅਡ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਅੰਗਰੇਜ਼ਾਂ ਦੇ ਲਈ ਬਿਲਕੁਲ ਹੀ 골ਡਨ ਪੀਰੀਅਡ ਸੀਗਾ। 골ਡਨ ਪੀਰੀਅਡ ਕਿਉਂ? ਕਿਉਂਕਿ ਹੁਣ ਇੱਥੇ ਕੋਈ ਵੀ ਐਦਾਂ ਦਾ ਮੁਗਲ ਐਮਪਰਰ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ
ਜਿਹੜਾ ਕਿ ਇਹਨਾਂ ਦਾ ਵਿਰੋਧ ਕਰੇ, ਠੀਕ ਹੈ। ਇਸੇ ਕਰਕੇ ਹੁਣ ਇਹਨਾਂ ਨੇ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਅੱਗੇ ਵੱਲ ਨੂੰ ਐਕਸਪੈਂਡ ਕਰਨਾ ਸਟਾਰਟ ਕਰ ਦੇਣਾ, ਠੀਕ ਹੈ। ਤਾਂ ਇਹਨਾਂ ਨੇ ਹੁਣ ਆਪਣੇ ਆਪ ਨੂੰ ਬੰਗਾਲ ਵੱਲ ਲੈ ਗਏ ਬ੍ਰਿਟਿਸ਼ਰਸ, ਠੀਕ ਹੈ। ਔਰ ਬੰਗਾਲ ਦੇ ਵਿੱਚ ਵੀ ਇਹਨਾਂ ਦੀ ਜੋ ਫਸਟ ਫੈਕਟਰੀ ਦਾ ਨਾਮ ਹੈ ਇੰਪੋਰਟੈਂਟ ਰਹੇਗਾ। ਇਹਨਾਂ ਨੇ ਬੰਗਾਲ ਦੇ ਵਿੱਚ ਹੁਗਲੀ ਨਾਮ ਦੀ ਜਗ੍ਹਾ ਦੇ ਉੱਪਰ ਆਪਣੀ ਪਹਿਲੀ ਫੈਕਟਰੀ ਲਗਾਈ ਹੈ, ਠੀਕ ਹੈ। ਔਰ ਉਸ ਟਾਈਮ ਜੋ ਬੰਗਾਲ ਸੀ ਨਾ, ਇਹ ਕਿਹੜੇ ਦੇ ਅੰਡਰ ਸੀਗਾ, ਇੱਥੇ ਰਾਜ ਕਿਸ ਦਾ ਸੀਗਾ? ਤਾਂ ਬੰਗਾਲ ਦਾ ਜੋ ਗਵਰਨਰ ਹੈ ਉਸ ਦਾ ਨਾਮ ਸੀ ਸ਼ਾਹ ਸੂਜਾ, ਠੀਕ ਹੈ। ਇਹ ਵੀ ਤੁਹਾਡੇ ਲਈ ਇੰਪੋਰਟੈਂਟ ਪਰਸਨ ਰਹੇਗਾ। ਸ਼ਾਹ ਸੂਜਾ ਉਸ ਟਾਈਮ ਹੈਗਾ ਗਵਰਨਰ ਆਫ ਬੰਗਾਲ। ਔਰ ਇਹਨੇ ਕੀ ਕੀਤਾ? ਇਹਨੇ ਬ੍ਰਿਟਿਸ਼ਰਸ ਨੂੰ ਇੱਕ ਨਿਸ਼ਾਨ ਨਾਮ ਦੀ ਜੋ ਪਾਸ ਹੈ ਨਾ, ਇਹ ਇਸ਼ੂ ਕਰ ਦਿੱਤਾ, ਠੀਕ ਹੈ। ਨਿਸ਼ਾਨ ਮਤਲਬ ਈਸਟ ਇੰਡੀਆ ਕੰਪਨੀ ਜੋ ਹੈ ਹੁਣ ਸ਼ਾਹ ਸੂਜਾ ਵੱਲੋਂ ਦਿੱਤੇ ਗਏ ਨਿਸ਼ਾਨ ਦੇ ਨਾਲ ਬਹੁਤ ਜ਼ਿਆਦਾ ਵੱਡੇ ਸਕੇਲ ਦੇ ਉੱਪਰ ਟ੍ਰੇਡ ਕਰ ਸਕਦੀ ਹੈ। ਬਟ ਐਸ ਕੰਪਨੀ ਨੇ ਸ਼ਾਹ ਸੂਜਾ ਨੂੰ ਕੀ ਬੋਲਿਆ ਕਿ ਅਸੀਂ ਨਾ ਤੁਹਾਨੂੰ ਮੰਥਲੀ ਟੈਕਸ ਦਿੰਦੇ ਹਾਂ, ਸਾਡਾ ਟਾਈਮ ਬਹੁਤ ਜ਼ਿਆਦਾ ਵੇਸਟ ਹੁੰਦਾ ਹੈ ਨਾ, ਤਾਂ ਕਿਉਂ ਨਾ ਅਸੀਂ ਕੁਝ ਐਦਾਂ ਦੀ ਸੈਟਲਮੈਂਟ ਕਰੀਏ ਕਿ ਤੁਸੀਂ ਸਾਡੇ ਕੋਲੋਂ 1 ਸਾਲ ਦਾ ਇਕੱਠਾ ਹੀ ਟੈਕਸ ਲੈ ਲਿਆ ਕਰੋ, ਠੀਕ ਹੈ। ਅਸੀਂ ਤੁਹਾਨੂੰ ਹਰ ਸਾਲ ਟੈਕਸ ਦੇਵਾਂਗੇ ਔਰ ਪੂਰਾ ਸਾਲ ਫਿਰ ਅਸੀਂ ਅੱਛੀ ਤਰ੍ਹਾਂ ਟ੍ਰੇਡ ਕਰ ਸਕੀਏ। ਤਾਂ ਸ਼ਾਹ ਸੂਜਾ ਨੇ ਬੋਲਿਆ ਓਕੇ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਤਾਂ ਇਹਨੇ ਇਹਨਾਂ ਨੂੰ ਫਿਰ ਨਿਸ਼ਾਨ ਨਾਮ ਦਾ ਇੱਕ ਪਾਸ ਜਾਰੀ ਕੀਤਾ ਜਿਸ ਦੇ ਅੰਡਰ 3000 ਰੁਪਏ 1 ਸਾਲ ਦੇ ਇਹ ਦਿੱਤੇ ਜਾਣਗੇ। ਫਿਰ ਕਿੰਨਾ ਵੱਲੋਂ? ਇਹ ਦੇਣਗੇ ਈਸਟ ਇੰਡੀਆ ਕੰਪਨੀ ਸ਼ਾਹ ਸੂਜਾ ਨੂੰ, ਓਕੇ। ਬਟ ਇਹਦਾ ਜੋ ਵਪਾਰ ਦਾ ਏਰੀਆ ਹੈ ਉਹ ਹੁਗਲੀ ਦੇ ਆਲਮੋਸਟ ਹੀ, ਯਾਨੀ ਹੁਗਲੀ ਦੇ ਸਰਾਊਂਡਿੰਗ ਹੀ ਰਿਹਾ, ਠੀਕ ਹੈ। ਯਾਨੀ ਕਿ ਇਹਦਾ ਏਰੀਆ ਬਹੁਤ ਜ਼ਿਆਦਾ ਐਕਸਪੈਂਡ ਨਹੀਂ ਕੀਤਾ। ਬਟ ਇੱਥੇ ਹੁਣ ਤੁਸੀਂ ਯਾਦ ਕੀ ਰੱਖੋਗੇ? ਜਿਹੜਾ ਬੰਗਾਲ ਦਾ ਗਵਰਨਰ ਹੈ ਜਿਸ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਨਿਸ਼ਾਨ ਜਾਰੀ ਕੀਤਾ, ਤਾਂ ਇਹ ਕੌਣ ਰਹੇਗਾ? ਇਸ ਦਾ ਆਨਸਰ ਹੈ ਸ਼ਾਹ ਸੂਜਾ, ਆਲਰਾਈਟ। ਉਸ ਤੋਂ ਬਾਅਦ ਕੀ ਹੋ ਰਿਹਾ? ਹੁਣ ਇਹਨਾਂ ਨੇ ਜਦੋਂ ਬੰਗਾਲ ਦੇ ਵਿੱਚ ਆਪਣੇ ਆਪ ਨੂੰ ਐਕਸਪੈਂਡ ਕਰਨਾ ਹੈ ਤਾਂ ਧੀਰੇ ਧੀਰੇ ਇਹਨਾਂ ਨੇ ਇੱਥੇ ਇੱਕ ਫੋਰਟ ਵੀ ਬਣਾਉਣਾ ਹੈ। ਫੋਰਟ ਦਾ ਨਾਮ ਵੈਰੀ ਇੰਪੋਰਟੈਂਟ, ਠੀਕ ਹੈ, ਫੋਰਟ ਵਿਲੀਅਮ, ਓਕੇ। ਇਹ ਕਿੱਥੇ ਬਣੇਗਾ ਜੀ? ਇਹ ਫੋਰਟ ਬਣੇਗਾ ਕੈਲਕਟਾ ਦੇ ਵਿੱਚ। ਤਾਂ ਇਸ ਫੋਰਟ ਨੂੰ ਬਣਾਉਣ ਦੇ ਲਈ ਜੋ ਅੰਗਰੇਜ਼ ਹੈ ਇਹਨਾਂ ਨੇ 3 ਪਿੰਡ ਨੇ ਜਿਨ੍ਹਾਂ ਨੂੰ ਮਿਲਾਇਆ ਸੀਗਾ। ਇਹ 3 ਪਿੰਡ ਕਿਹੜੇ ਕਿਹੜੇ ਰਹਿਣਗੇ? ਇੱਕ ਤਾਂ ਹੈ ਕੈਲੀਕਟ। ਇਹ ਤੁਹਾਨੂੰ ਪਤਾ ਹੀ ਹੈ ਕਿ ਕੈਲੀਕਟ ਉਹ ਵਾਲੀ ਜਗ੍ਹਾ ਹੈ ਜਿੱਥੇ 1498 ਦੇ ਵਿੱਚ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਐਂਟਰ ਕਰ ਰਿਹਾ ਹੈ ਨਾ। ਇਸ ਤੋਂ ਬਾਅਦ ਅਗਲਾ ਹੈ ਸ਼ੁਤਾਂਤੀ, ਠੀਕ ਹੈ। ਇਹ ਵਾਲਾ ਵੀ ਪਿੰਡ ਇਹਦੇ ਵਿੱਚ ਸ਼ਾਮਿਲ ਸੀਗਾ। ਔਰ ਲਾਸਟ ਤੇ ਇੱਕ ਪਿੰਡ ਹੈ ਗੋਵਿੰਦਪੁਰ। ਇਹ ਤਿੰਨੋਂ ਹੀ ਵਿਲੇजेस ਨੂੰ ਮਿਲਾ ਕੇ ਅੰਗਰੇਜ਼ਾਂ ਨੇ ਕੀ ਕੀਤਾ ਹੈ? ਫੋਰਟ ਵਿਲੀਅਮ ਨਾਮ ਦੇ ਕਿਲੇ ਦੀ ਸਥਾਪਨਾ ਕੀਤੀ ਹੈ, ਠੀਕ ਹੈ, ਐਂਡ ਦੀ ਐਸਟੈਬਲਿਸ਼ਮੈਂਟ ਕੀਤੀ ਹੈ, ਆਲਰਾਈਟ। ਅੱਛਾ, ਉਸ ਤੋਂ ਬਾਅਦ ਫਿਰ ਕੀ ਹੋ ਰਿਹਾ? ਹੁਣ ਇੱਥੇ ਫੋਰਟ ਵਿਲੀਅਮ ਇਹਨਾਂ ਦਾ ਬਣ ਚੁੱਕਿਆ ਹੈ ਨਾ। ਤਾਂ ਫਿਰ ਇੱਕ ਹੁਣ ਗੋਲਡਨ ਡਿਕਰੀ ਨਾਮ ਦਾ ਇੱਕ ਹੋਰ ਪਾਸ ਆ ਗਿਆ, ਠੀਕ ਹੈ। ਗੋਲਡਨ ਡਿਕਰੀ ਵੀ ਜੋ ਪਾਸ ਹੈ ਇਹ ਇਹਨਾਂ ਨੂੰ ਦਿੱਤਾ ਕਿਸਨੇ ਹੈ? ਗੋਲਕੁੰਡਾ ਦਾ ਰਾਜਾ ਹੈ ਜਿਸ ਨੇ ਇਹਨਾਂ ਨੂੰ ਪਾਸ ਦਿੱਤਾ। ਹੁਣ ਦੇਖੋ ਸਾਰੇ ਹੀ ਜੋ ਰਾਜੇ ਨੇ ਜਾਂ ਫਿਰ ਗਵਰਨਰ ਨੇ ਇਹਨਾਂ ਦੇ ਕੋਲੋਂ ਹੁਣ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਪਾਸ ਲੈਣੇ ਸ਼ੁਰੂ ਕਰ ਦਿੱਤੇ ਹੈ। ਕਿਸ ਲਈ? ਕਿਉਂਕਿ ਆਪਾਂ ਹੁਣੇ ਕਰ ਰਹੇ ਹਾਂ ਕਿ ਜਿਹੜੇ ਔਰੰਗਜ਼ੇਬ ਹੈ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਜਿਹੜੇ ਬਾਕੀ ਰਾਜੇ ਨੇ ਨਾ ਉਹ ਔਰੰਗਜ਼ੇਬ ਵਰਗਾ ਹੋਲਡ ਰੱਖਦੇ ਹੀ ਨਹੀਂ, ਠੀਕ ਹੈ। ਤੇ ਉਹ ਇਹਨਾਂ ਤੋਂ ਆਪਣੇ ਆਪ ਹੀ ਇੰਪ੍ਰੈਸ ਹੋਈ ਜਾ ਰਹੇ ਹੈ ਕਹਿ ਲਓ ਜਾਂ ਫਿਰ ਡਰ ਕੇ ਕਹਿ ਲਓ, ਪਰ ਇਹਨਾਂ ਨੂੰ ਆਰਾਮ ਦੇ ਨਾਲ ਜੋ ਐਨੂਅਲ ਪਾਸ ਹੈਗੇ ਜਾਰੀ ਕਰਨੇ ਸ਼ੁਰੂ ਕਰ ਚੁੱਕੇ ਨੇ, ਠੀਕ ਹੈ। ਤੇ ਔਰੰਗਜ਼ੇਬ ਤੋਂ ਬਾਅਦ ਕਾਫੀ ਸਾਰੇ ਛੋਟੇ ਰਾਜੇ ਹੋਣਗੇ, ਠੀਕ ਹੈ। ਇਸੇ ਹੀ ਸੀਰੀਜ਼ ਦੇ ਵਿੱਚ ਇੱਕ ਰਾਜਾ ਆਂਦਾ ਹੈ ਫਾਰੂਕਸ਼ੀਰ, ਠੀਕ ਹੈ। ਐਸ ਬੰਦੇ ਨੇ ਸਾਰੀ ਦੀ ਸਾਰੀ ਕਹਾਣੀ ਹੀ ਪਲਟ ਕੇ ਰੱਖ ਦਿੱਤੀ ਹੈ। ਇਹੀ ਉਹ ਪਰਸਨ ਹੈ ਜੋ ਕਿ ਰਿਸਪੌਂਸਿਬਲ ਹੈ ਕਿਸ ਦੇ ਲਈ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਪੂਰੀ ਤਰ੍ਹਾਂ ਐਸਟੈਬਲਿਸ਼ਮੈਂਟ ਦੇ ਵਿੱਚ, ਪੂਰੀ ਤਰ੍ਹਾਂ ਐਕਸਪੈਂਸ਼ਨ ਦੇ ਵਿੱਚ ਇੰਡੀਆ ਦੇ ਵਿੱਚ, ਠੀਕ ਹੈ। ਉਹ ਕਿਉਂ? ਦੇਖੋ ਇਹ ਰਾਜਾ ਨਾ ਕਾਇਰ ਮੰਨਿਆ ਜਾਂਦਾ ਹੈ। ਇਹਨੂੰ ਨਾ ਘ੍ਰਣਿਤ ਕਾਇਰ ਦੇ ਨਾਮ ਦੇ ਨਾਲ ਵੀ ਜਾਣਦੇ ਨੇ ਹਿਸਟਰੀ ਦੇ ਵਿੱਚ, ਓਕੇ। ਤਾਂ ਫਾਰੂਕਸ਼ੀਰ ਜੋ ਹੈ ਇਹਨੂੰ ਨਾ ਇੱਕ ਬਿਮਾਰੀ ਹੋ ਗਈ ਸੀ, ਓਕੇ, ਤੇ ਇਹਦਾ ਨਾ ਕਿਤੇ ਵੀ ਇਲਾਜ ਨਹੀਂ ਮਿਲ ਰਿਹਾ ਸੀਗਾ। ਇਹਦੇ ਕੋਲੋਂ ਫਿਰ ਡਾਕਟਰ ਹੈਮਿਲਟਨ ਨਾਮ ਦਾ ਇੱਕ ਪਰਸਨ ਹੈ ਜਿਸ ਨੇ ਇਸ ਦਾ ਇਲਾਜ ਕੀਤਾ, ਰਾਈਟ। ਹੁਣ ਇਹ ਬੰਦਾ ਠੀਕ ਹੋ ਗਿਆ ਤੇ ਡਾਕਟਰ ਹੈਮਿਲਟਨ ਇਹ ਆਇਆ ਕਿੱਦਾਂ ਇੰਡੀਆ ਦੇ ਵਿੱਚ? ਤਾਂ ਇਹ ਜੌਨ ਸਰਮਨ ਨਾਮ ਦਾ ਇੱਕ ਮਿਸ਼ਨ ਸੀ। ਇਸੇ ਹੀ ਮਿਸ਼ਨ ਦੇ ਨਾਲ ਇਹ ਇੰਡੀਆ ਦੇ ਵਿੱਚ ਆ ਰਿਹਾ ਹੈ ਫਾਰੂਕਸ਼ੀਰ ਦੇ ਦਰਬਾਰ ਦੇ ਵਿੱਚ, ਠੀਕ ਹੈ। ਜਿਵੇਂ ਅੱਜ ਆਪਣੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਸੀਡੈਂਟ ਕਿਸੇ ਵੀ ਦੇਸ਼ ਦੀ ਯਾਤਰਾ ਤੇ ਜਾਂਦੇ ਆ ਤੇ ਉਹਨਾਂ ਦੇ ਨਾਲ ਕੀ ਹੁੰਦਾ ਆ? ਕਾਫੀ ਸਾਰੇ ਆਫੀਸ਼ੀਅਲ ਜਾਂਦੇ ਆ, ਹੈ ਨਾ।
ਇਸੇ ਹੀ ਤਰ੍ਹਾਂ ਜੋ ਫਰੁਖਸ਼ਰ ਦੇ ਦਰਬਾਰ ਦੇ ਵਿੱਚ ਸਰਮਨ ਨਾਮ ਦਾ ਜਿਹੜਾ ਆਇਆ ਸੀ ਨਾ ਪਰਸਨ, ਉਸ ਦੇ ਨਾਲ, ਉਸ ਮਿਸ਼ਨ ਦੇ ਨਾਲ ਕਾਫੀ ਸਾਰੇ ਹੋਰ ਵੀ ਡੈਲੀਗੇਟਸ ਆਏ ਸੀ ਔਰ ਇਹਨਾਂ ਹੀ ਡੈਲੀਗੇਟਸ ਦੇ ਵਿੱਚ ਸੀਗਾ ਡਾਕਟਰ ਹੈਮਿਲਟਨ, ਠੀਕ ਹੈ। ਔਰ ਇਹਨੇ ਫਰੁਖਸ਼ਰ ਦਾ ਇਲਾਜ ਕੀਤਾ। ਹੁਣ ਫਰੁਖਸ਼ਰ ਇਹਦੇ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਗਿਆ। ਕਿਸ ਤਰ੍ਹਾਂ? ਜਿਸ ਤਰ੍ਹਾਂ ਜਹਾਂਗੀਰ ਇੰਪ੍ਰੈਸ ਹੋਇਆ ਸੀ ਕੈਪਟਨ ਹੌਕਿੰਸ ਤੋਂ, ਹੈ ਨਾ, ਕਿਉਂਕਿ ਉਹ ਟਰਕਿਸ਼ ਬੋਲ ਰਿਹਾ ਸੀਗਾ। ਇਸੇ ਕਰਕੇ ਹੀ ਫਿਰ ਉਹਨੇ ਇਹਨਾਂ ਨੂੰ ਇੰਗਲਿਸ਼ ਖਾਨ ਦੀ ਉਪਾਧੀ ਦਿੱਤੀ ਸੀ, ਹੈ ਨਾ। ਚਲੋ ਇਹ ਤਾਂ ਸਿਰਫ ਉਪਾਧੀ ਤੱਕ ਹੀ ਰਹੇ ਤਾਂ ਬਹੁਤ ਚੰਗੀ ਗੱਲ ਹੈ ਨਾ। ਬਟ ਆਪਣੇ ਜਿਹੜੇ ਫਰੁਖਸ਼ਰ ਸਾਹਿਬ ਹੈਗੇ ਨੇ ਇਹ ਤਾਂ ਬਹੁਤ ਹੀ ਜ਼ਿਆਦਾ ਅੱਗੇ ਨਿਕਲ ਗਏ ਨੇ, ਠੀਕ ਹੈ। ਡਾਕਟਰ ਸਰਮਨ ਨੇ ਇਹਨੂੰ ਬੋਲਿਆ ਫਰੁਖਸ਼ਰ ਨੂੰ ਕਿ ਸਰ ਤੁਸੀਂ ਹੁਣ ਐਦਾਂ ਕਰੋ ਜੀ, ਨਾਰਥ ਇੰਡੀਆ ਵਾਲਾ ਜੋ ਏਰੀਆ ਹੈ ਨਾ, ਸਾਨੂੰ ਪਲੀਜ਼ ਇੱਥੇ ਨਾ ਟੈਕਸ ਫ੍ਰੀ ਟ੍ਰੇਡ ਕਰ ਲੈਣ ਦਿਓ, ਠੀਕ ਹੈ, ਪੂਰੀ ਤਰ੍ਹਾਂ ਪਰਮਿਸ਼ਨ ਦੇ ਦਿਓ। ਜਾਂ ਫਿਰ ਜੇ ਤੁਸੀਂ ਐਦਾਂ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ, ਤੁਸੀਂ ਵੀ ਸਾਡੇ ਨਾਲ ਇੱਕ ਐਨੂਅਲ ਕਰਾਰ ਕਰ ਲਓ, ਠੀਕ ਹੈ, ਇੱਕ ਸਾਲਾਨਾ ਕਰਾਰ ਕਰ ਲਓ ਜਿਸ ਦੇ ਵਿੱਚ ਅਸੀਂ ਤੁਹਾਨੂੰ ਟੈਕਸ ਦੇਵਾਂਗੇ, ਤੁਸੀਂ ਸਾਨੂੰ ਪਾਸ ਦਿਓਗੇ, ਪੂਰੇ ਨਾਰਥ ਇੰਡੀਆ ਦੇ ਵਿੱਚ ਫਿਰ ਅਸੀਂ ਪੂਰਾ ਸਾਲ ਆਰਾਮ ਨਾਲ ਟ੍ਰੇਡ ਕਰਾਂਗੇ, ਠੀਕ ਹੈ। ਤਾਂ ਫਿਰ ਸ਼ਾਹ ਸੂਜਾ ਨੇ ਸੋਚਿਆ, ਫਰੁਖਸ਼ਰ ਨੇ ਸੋਚਿਆ ਕਿ ਕੋਈ ਪ੍ਰੋਬਲਮ ਨਹੀਂ ਹੈ। ਸ਼ਾਹ ਸੂਜਾ ਨੇ ਵੀ ਤਾਂ ਨਿਸ਼ਾਨ ਦਿੱਤਾ ਸੀਗਾ, ਬਟ ਤੁਸੀਂ ਇਹ ਸਮਝੋ ਕਿ ਜੋ ਸ਼ਾਹ ਸੂਜਾ ਦਾ ਨਿਸ਼ਾਨ ਸੀ ਨਾ, ਉਹਦਾ ਜੋ ਏਰੀਆ ਹੈ, ਮੈਂ ਤੁਹਾਨੂੰ ਦੱਸਿਆ ਕਿ ਹੁਗਲੀ ਵਾਲੇ ਏਰੀਆ ਦੇ ਨੇੜੇ ਤੇੜੇ ਹੀ ਸੀਮਿਤ ਸੀਗਾ, ਠੀਕ ਹੈ, ਜਿਸ ਦੇ ਨਾਲ ਅੰਗਰੇਜ਼ ਪੂਰੇ ਇੰਡੀਆ ਦੇ ਵਿੱਚ ਤਾਂ ਸ਼ਾਸਨ ਨਹੀਂ ਕਰ ਪਾ ਰਹੇ ਸੀ, ਰਾਈਟ। ਬਟ ਫਰੁਖਸ਼ਰ ਹੁਣ ਕੀ ਕਰ ਰਿਹਾ? ਫਰੁਖਸ਼ਰ ਨੇ ਇਹਨਾਂ ਨੂੰ ਇੱਕ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ, ਓਕੇ, ਔਰ ਉਸ ਦਾ ਏਰੀਆ ਇਹਨੇ ਬਹੁਤ ਜ਼ਿਆਦਾ ਵਧਾ ਦਿੱਤਾ, ਜਿਸ ਦੇ ਅੰਡਰ ਇਹਨੇ ਕੀ ਬੋਲਿਆ ਕਿ ਜਿਹੜਾ ਤਾਂ ਬੰਗਾਲ ਦਾ ਏਰੀਆ ਹੈਗਾ, ਅਗਰ ਤੁਸੀਂ ਇੱਥੇ ਟ੍ਰੇਡ ਕਰਨਾ ਹੈ ਤਾਂ ਤੁਸੀਂ 3000 ਰੁਪਏ ਸਾਲਾਨਾ ਮੈਨੂੰ ਦਿਓਗੇ, ਠੀਕ ਹੈ, ਔਰ ਤੁਸੀਂ ਬੰਗਾਲ ਦੇ ਏਰੀਆ ਦੇ ਵਿੱਚ ਟ੍ਰੇਡ ਕਰ ਸਕਦੇ ਹੋ। ਉਸ ਟਾਈਮ ਬੰਗਾਲ ਦੇ ਵਿੱਚ ਕੱਲਾ ਬੰਗਾਲ ਨਹੀਂ ਬਲਕਿ ਬਿਹਾਰ ਐਂਡ ਓਡੀਸ਼ਾ ਦਾ ਏਰੀਆ ਵੀ ਸ਼ਾਮਿਲ ਸੀਗਾ, ਓਕੇ। ਤਾਂ ਇਹ ਸਾਰੇ ਦੇ ਸਾਰੇ ਜਿਹੜੇ ਏਰੀਆ ਹੈਗੇ ਆ, ਬੰਗਾਲ, ਬਿਹਾਰ ਔਰ ਓਡੀਸ਼ਾ, ਇਹ ਐਸੇ ਹੀ ਸ਼ਾਹੀ ਫਰਮਾਨ ਦੇ ਅੰਡਰ ਕਿਹਨਾਂ ਦੇ ਕੋਲ ਚਲੇ ਗਏ ਨੇ? ਹੁਣ ਟ੍ਰੇਡ ਕਰਨ ਦੇ ਲਈ ਈਸਟ ਇੰਡੀਆ ਕੰਪਨੀ ਕੋਲ ਚਲੇ ਗਏ, ਓਕੇ। ਇਸ ਤੋਂ ਬਾਅਦ ਇਹਨੇ ਬੋਲਿਆ ਕਿ ਜਿਹੜਾ ਸੂਰਤ ਦਾ ਏਰੀਆ ਹੈ, ਅਗਰ ਤੁਸੀਂ ਇੱਥੇ ਵਪਾਰ ਕਰਨਾ ਹੈ ਤਾਂ ਤੁਸੀਂ ਮੈਨੂੰ 10,000 ਰੁਪੀਜ਼ ਜੋ ਐਨੂਅਲ ਹੈ ਨਾ, ਇਹ ਦੇਣਾ ਸ਼ੁਰੂ ਕਰੋਗੇ, ਜਿਸ ਦੇ ਨਾਲ ਫਿਰ ਤੁਸੀਂ ਇਹ ਵਾਲੇ ਏਰੀਆ ਦੇ ਵਿੱਚ ਵੀ ਟ੍ਰੇਡ ਕਰ ਸਕਦੇ ਹੋ। ਅੰਗਰੇਜ਼ਾਂ ਨੂੰ ਹੋਰ ਕੀ ਚਾਹੀਦਾ ਸੀ? ਉਹਨਾਂ ਨੇ ਫਟਾਫਟ ਯੈਸ ਕਰ ਦਿੱਤੀ ਕਿ ਅਸੀਂ ਤੁਹਾਨੂੰ 3,000 ਰੁਪੀਜ਼ ਉਹ ਵਾਲੀ ਸਾਈਡ ਦਾ, 10,000 ਰੁਪੀਜ਼ ਇਸ ਦਾ, ਟੋਟਲ ਮਿਲਾ ਕੇ ਤੁਹਾਨੂੰ ਅਸੀਂ 13,000 ਦੇ ਦਿਆ ਕਰਾਂਗੇ ਔਰ ਤੁਸੀਂ ਸਾਨੂੰ ਇਹਨਾਂ ਦੋਨਾਂ ਏਰੀਆਜ਼ ਦੇ ਵਿੱਚ ਡਿਵੈਲਪਮੈਂਟ ਕਰਨ ਦੀ ਆਗਿਆ ਦੇ ਦਿਓ, ਠੀਕ ਹੈ। ਤਾਂ ਇਹ ਜੋ ਫਰਮਾਨ ਹੈ ਨਾ ਫਰੁਖਸ਼ਰ ਵਾਲਾ, ਇਸ ਦਾ ਈਅਰ ਯਾਦ ਰੱਖਣਾ ਹੈ 1717 ਦੇ ਵਿੱਚ ਜੋ ਹੈ ਨਾ, ਇਹ ਦਿੱਤਾ ਗਿਆ ਸੀਗਾ ਅੰਗਰੇਜ਼ਾਂ ਨੂੰ ਫਰੁਖਸ਼ਰ ਵੱਲੋਂ, ਠੀਕ ਹੈ। ਇਹ ਵੀ ਯਾਦ ਰੱਖਣਾ ਹੈ ਕਿਹਨੇ ਦਿੱਤਾ, ਕਦੋਂ ਦਿੱਤਾ, ਕਿਸ ਨੂੰ ਦਿੱਤਾ, ਠੀਕ ਹੈ। ਔਰ ਇਹ ਜੋ ਸ਼ਾਹੀ ਫਰਮਾਨ ਹੈ ਇੰਨਾ ਜ਼ਿਆਦਾ ਇੰਪੋਰਟੈਂਟ ਸੀਗਾ ਕਿ ਆਉਣ ਵਾਲੇ ਹਿਸਟੋਰੀਅਨਸ ਨੇ ਫਿਰ ਇਹਨੂੰ ਕੀ ਬੋਲਿਆ? ਇਹਨੂੰ ਨਾਮ ਦਿੱਤਾ ਗਿਆ ਮੈਗਨਾ ਕਾਰਟਾ ਆਫ ਦ ਕੰਪਨੀ, ਠੀਕ ਹੈ। ਤੇ 골ਡਨ ਡਿਕਰੀ ਕਿਹਨੇ ਦਿੱਤਾ ਸੀਗਾ? ਇਹ ਵੀ ਆਪਾਂ ਕੀਤਾ ਗੋਲਕੁੰਡਾ ਦੇ ਐਮਪਰਰ ਨੇ, ਹੈ ਨਾ। ਹੁਣ ਇਹਨਾਂ ਨੂੰ ਕਾਫੀ ਸਾਰੇ ਐਦਾਂ ਦੇ ਫਰਮਾਨ ਮਿਲ ਚੁੱਕੇ ਨੇ। ਟੋਟਲ ਹੁਣ ਕਿੰਨੇ ਫਰਮਾਨ ਹੋ ਗਏ? ਤਾਂ 3 ਫਰਮਾਨ ਨੇ, ਤਿੰਨੋਂ ਹੀ ਤੁਸੀਂ ਯਾਦ ਰੱਖਣਾ, ਠੀਕ ਹੈ। ਪਹਿਲਾ ਫਰਮਾਨ ਕਿਹੜਾ ਸੀਗਾ? ਨਿਸ਼ਾਨ। ਨਿਸ਼ਾਨ ਕਿਹਨੇ ਦਿੱਤਾ? ਸ਼ਾਹ ਸੂਜਾ ਨੇ, ਰਾਈਟ। ਉਸ ਤੋਂ ਬਾਅਦ ਜੋ 골ਡਨ ਡਿਕਰੀ ਹੈ, ਇਹ ਕਿਸਨੇ ਦਿੱਤਾ ਹੈ? ਗੋਲਕੁੰਡਾ ਦੇ ਰਾਜੇ ਨੇ। ਔਰ ਸਭ ਤੋਂ ਇੰਪੋਰਟੈਂਟ ਫਰਮਾਨ ਜਿਹੜਾ ਹੈ ਸ਼ਾਹੀ ਫਰਮਾਨ ਮੈਗਨਾ ਕਾਰਟਾ ਆਫ ਦ ਕੰਪਨੀ, ਇਹ ਕਿਸਨੇ ਦਿੱਤਾ ਹੈ? ਫਰੁਖਸ਼ਰ ਨੇ ਜਾਰੀ ਕੀਤਾ, ਓਕੇ। ਹਾਂਜੀ, ਤਾਂ ਇਸ ਤੋਂ ਬਾਅਦ ਹੁਣ ਚੱਲ ਰਹੇ ਆਪਾਂ ਕੰਪਨੀ ਦੇ ਨਾਲ ਨਾਲ ਸਾਊਥ ਇੰਡੀਆ ਦੇ ਵਿੱਚ, ਠੀਕ ਹੈ। ਹੁਣ ਕੰਪਨੀ ਆਪਣੇ ਪਰ ਫੈਲਾ ਰਹੀ ਹੈ ਕਿਹੜੀ ਸਾਈਡ? ਸਾਊਥ ਇੰਡੀਆ ਵੱਲ, ਓਕੇ। ਤਾਂ 1639 ਦੇ ਵਿੱਚ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਬਹੁਤ ਹੀ ਇੰਪੋਰਟੈਂਟ ਏਰੀਆ ਹੈ ਮਦਰਾਸ ਦਾ, ਠੀਕ ਹੈ। ਇਸ ਮਦਰਾਸ ਦੇ ਏਰੀਆ ਨੂੰ ਇਹਨਾਂ ਨੇ ਲਿਆਇਆ ਕਿਹਦੇ ਕੋਲੋਂ? ਰੂਲਰ ਆਫ ਚੰਦਰਗਿਰੀ ਕੋਲੋਂ, ਠੀਕ ਹੈ। ਔਰ ਇਹਨਾਂ ਨੇ ਫਿਰ ਇੱਕ ਫੋਰਟੀਫਾਈਡ ਫੈਕਟਰੀ ਖੋਲਣ ਦੀ ਪਰਮਿਸ਼ਨ ਲੈ ਲਈ ਹੈ। ਇਹੀ ਵਾਲੀ ਫੋਰਟੀਫਾਈਡ ਫੈਕਟਰੀ ਬਾਅਦ ਦੇ ਵਿੱਚ ਜਾ ਕੇ ਫੋਰਟ ਸੇਂਟ ਜੋਰਜ ਬਣੇਗੀ, ਓਕੇ। ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿ ਫੋਰਟ ਸੇਂਟ ਜੋਰਜ ਇਹ ਕਿਹੜੀ ਜਗ੍ਹਾ ਦੇ ਉੱਪਰ ਐਸਟੈਬਲਿਸ਼ ਕੀਤਾ ਗਿਆ ਹੈ? ਤਾਂ ਇਹ ਰਹੇਗਾ ਮੈਡਰਾਸ, ਠੀਕ ਹੈ। ਜਦੋਂ ਕਿ ਜਿਹੜਾ ਕੈਲਕਟਾ ਹੈ, ਕੈਲਕਟਾ ਦੇ ਵਿੱਚ ਫੋਰਟ ਵਿਲੀਅਮ ਸੀਗਾ ਜੋ ਕਿ ਐਸਟੈਬਲਿਸ਼ ਕੀਤਾ ਗਿਆ ਸੀ, ਓਕੇ। ਅੱਛਾ, ਇਸ ਤੋਂ ਬਾਅਦ ਫਿਰ 1661 ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਘਟਨਾ ਕਹਿ ਸਕਦੇ ਹੋ ਤੁਸੀਂ ਹੋਈ ਹੈ। ਕਿਹੜੇ ਵਾਲੀ? ਦੇਖੋ ਇੱਥੇ ਹੈ ਲੰਡਨ ਦਾ ਕਿੰਗ ਚਾਰਲਸ II, ਓਕੇ। ਔਰ ਦੂਸਰੀ ਸਾਈਡ ਪੋਰਚੁਗਲ ਦੀ ਪ੍ਰਿੰਸੈਸ ਹੈ, ਨਾਮ ਕੀ ਹੈ ਇਸ ਦਾ? ਪ੍ਰਿੰਸੈਸ ਕੈਥਰੀਨ। ਇਹਨਾਂ ਦੋਨਾਂ ਦੀ ਹੀ ਮੈਰਿਜ ਹੋਣੀ ਹੈ।
ਇਹ ਇੱਕ ਸੰਧੀ ਹੀ ਸੀ, ਸਮਝ ਲਓ ਇੱਕ ਟ੍ਰੀਟੀ ਹੀ ਸੀ ਜੋ ਕਿ ਈਸਟ ਇੰਡੀਆ ਕੰਪਨੀ ਐਂਡ ਜਿਹੜੀ ਆਪਣੇ ਇੰਡੀਅਨਸ ਨੇ, ਪੋਰਚੁਗੀਜ਼ ਆ ਸੋਰੀ, ਇਹਨਾਂ ਦੋਨਾਂ ਦੇ ਵਿਚਕਾਰ ਹੋਈ ਸੀ, ਠੀਕ ਹੈ। ਤੇ ਇਹਨਾਂ ਦੇ ਵਿੱਚ ਹੀ ਬੋਲਿਆ ਗਿਆ ਸੀ ਕਿ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਮੈਰਿਜ ਕਰਵਾਈ ਜਾਏਗੀ, ਜਿਸ ਦੇ ਬਦਲੇ ਇਹ ਜੋ ਆਪਣੇ ਲੰਡਨ ਵਾਲੇ ਪ੍ਰਿੰਸ ਹੈਗੇ ਨੇ ਇਹਨਾਂ ਨੂੰ ਕੀ ਮਿਲਿਆ, ਤਾਂ ਇਹਨਾਂ ਨੂੰ ਜੋ ਬੰਬੇ ਹੈ ਨਾ ਇਹ ਮਿਲ ਗਿਆ ਜੀ ਦਾਜ ਦੇ ਵਿੱਚ, ਯਾਨੀ ਕਿ ਛੋਟੀ ਮੋਟੀ ਚੀਜ਼ ਇਹਨਾਂ ਨੇ ਦਾਜ 'ਚ ਨਹੀਂ ਦਿੱਤੀ, ਇਹਨਾਂ ਨੇ ਪੂਰਾ ਬੰਬੇ ਹੀ ਉਠਾ ਕੇ ਦਾਜ 'ਚ ਦੇ ਦਿੱਤਾ, ਠੀਕ ਹੈ। ਤਾਂ ਪ੍ਰਿੰਸ ਨੇ ਕੀ ਸੋਚਿਆ ਕਿ ਅਸੀਂ ਇੰਨੀ ਦੂਰ ਬੈਠੇ ਹਾਂ ਲੰਡਨ ਦੇ ਵਿੱਚ, ਹੈ ਨਾ, ਅਸੀਂ ਇੱਥੇ ਬੈਠੇ ਬੈਠੇ ਕਿਸ ਤਰ੍ਹਾਂ ਬੰਬੇ ਨੂੰ ਉੱਥੇ ਜਾ ਕੇ ਚਲਾਵਾਂਗੇ। ਤਾਂ ਇਹਨਾਂ ਨੇ ਫਿਰ ਆਪਣਾ ਦਰਬਾਰ ਬੁਲਾਇਆ, ਉੱਥੇ ਪੁੱਛਿਆ ਗਿਆ ਹਾਂਜੀ ਦੱਸੋ ਜੀ ਇੰਡੀਆ ਦਾ ਜਿਹੜਾ ਬੰਬੇ ਨਾਮ ਦੀ ਜਗ੍ਹਾ ਹੈ ਇੱਥੇ ਆਪਣੇ ਕਿਹੜੇ ਬੰਦੇ ਬੈਠੇ ਆ। ਤਾਂ ਇਹਨਾਂ ਨੂੰ ਪਤਾ ਚੱਲਿਆ ਕਿ ਉੱਥੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕੰਮ ਕਰ ਰਹੀ ਹੈ। ਤਾਂ ਇਹਨਾਂ ਨੇ ਕਿਹਾ ਠੀਕ ਹੈ ਆਪਾਂ ਇੱਕ ਕੰਮ ਕਰਦੇ ਹਾਂ ਕਿ ਬੰਬੇ ਆਪਾਂ ਰੈਂਟ ਤੇ ਦੇ ਦਿੰਨੇ ਆ, ਕਿੰਨਾਂ ਨੂੰ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ, ਠੀਕ ਹੈ। ਕਿਸ ਵਾਸਤੇ, ਤਾਂ ਕਿ ਸਾਨੂੰ ਕੁਛ ਨਾ ਕੁਛ ਤਾਂ ਇਨਕਮ ਹੋ ਜਾਏਗੀ ਔਰ ਜਿਹੜਾ ਬੰਬੇ ਹੈ ਉਹ ਵੀ ਲੰਡਨ ਦੇ ਅੰਡਰ ਰਹਿ ਜਾਏਗਾ, ਠੀਕ ਹੈ। ਤਾਂ ਫਿਰ ਇਹਨਾਂ ਨੇ ਓਨਲੀ ਮਾਤਰ 10 ਪਾਉਂਡ ਪਰ ਈਅਰ ਦੇ ਕਿਰਾਏ ਦੇ ਉੱਪਰ ਦੇ ਦਿੱਤਾ ਬੰਬੇ ਕਿਨੂੰ, ਈਸਟ ਇੰਡੀਆ ਕੰਪਨੀ ਨੂੰ, ਠੀਕ ਹੈ। ਤੇ ਹੁਣ ਤਾਂ ਫਿਰ ਕੰਪਨੀ ਦੇ ਵਾਰੇ ਨਿਆਰੇ ਹੋ ਗਏ ਆ, ਕਿਉਂਕਿ ਹੁਣ ਇਹਨਾਂ ਨੂੰ ਬੰਬੇ ਵਰਗਾ ਇੱਕ ਐਡਾ ਵੱਡਾ ਪ੍ਰੋਵਿੰਸ ਮਿਲ ਚੁੱਕਿਆ ਹੈ ਨਾ। ਤੇ ਫਿਰ ਇਹਨਾਂ ਨੇ 1667 ਦੇ ਵਿੱਚ ਜਾ ਕੇ ਕੀਤਾ, ਇਹਨਾਂ ਦਾ ਜੋ ਸੈਂਟਰ ਸੂਰਤ ਦੇ ਵਿੱਚ ਸੀ ਨਾ ਉਹ ਇਹਨਾਂ ਨੇ ਫਿਰ ਸ਼ਿਫਟ ਕਰ ਦਿੱਤਾ ਕਿੱਥੇ, ਮੁੰਬਈ ਦੇ ਵਿੱਚ, ਠੀਕ ਹੈ। ਸੂਰਤ ਤੋਂ ਮੁੰਬਈ ਦੇ ਵਿੱਚ ਸ਼ਿਫਟ ਹੋ ਚੁੱਕਿਆ ਹੁਣ ਇਹਨਾਂ ਦਾ ਸੈਂਟਰ, ਆਲਰਾਈਟ। ਐਦਾਂ ਕਰਕੇ ਇਹ ਜੋ ਈਸਟ ਇੰਡੀਆ ਕੰਪਨੀ ਹੈ ਇਹ ਕੀ ਕਰ ਰਹੀ ਹੈ, ਆਪਣੀ ਐਕਸਪੈਂਸ਼ਨ ਕਰ ਰਹੀ ਹੈ ਆਲ ਓਵਰ ਇੰਡੀਆ, ਓਕੇ। ਤਾਂ ਇੱਥੇ ਹੁਣ ਖਤਮ ਹੋ ਜਾਂਦੀ ਹੈ ਆਪਣੀ ਈਸਟ ਇੰਡੀਆ ਕੰਪਨੀ, ਆਈ ਮੀਨ ਟੂ ਸੇ ਖਤਮ ਨਹੀਂ ਹੈ ਬਟ ਇਹਦਾ ਜੋ ਕਰਕਸ ਹੈ ਨਾ ਉਹ ਖਤਮ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਆਪਾਂ ਇੱਕ ਵਾਰ ਨੈਕਸਟ ਕੰਪਨੀ ਨੂੰ ਮੂਵ ਕਰਾਂਗੇ। ਤਾਂ ਨੈਕਸਟ ਕੰਪਨੀ ਹੈ ਡੈਨਿਸ਼ ਈਸਟ ਇੰਡੀਆ ਕੰਪਨੀ, ਲੀਸਟ ਇੰਪੋਰਟੈਂਟ ਫॉर द एग्जामिनेशन, ओके। ਤਾਂ ਡੈਨਿਸ਼ ਈਸਟ ਇੰਡੀਆ ਜੋ ਕੰਪਨੀ ਹੈ ਇਹ ਕਿੱਥੋਂ ਦੀ ਰਹੇਗੀ, ਇਹ ਹੈ ਡੈਨਮਾਰਕ ਦੀ ਕੰਪਨੀ। ਤਾਂ ਡੈਨਮਾਰਕ ਤੁਸੀਂ ਯਾਦ ਰੱਖੋਗੇ ਔਰ ਡੈਨਿਸ਼ ਯਾਦ ਰੱਖੋਗੇ, ਠੀਕ ਹੈ, ਆਪਸ ਵਿੱਚ ਇਹਨਾਂ ਦਾ ਰਿਲੇਸ਼ਨ। ਦੈਨ ਇਹਨਾਂ ਦੀ ਫਸਟ ਫੈਕਟਰੀ, ਦੇਖੋ ਫਸਟ ਫੈਕਟਰੀ ਤਾਂ ਤੁਸੀਂ ਸਾਰੀਆਂ ਹੀ ਕੰਪਨੀਜ਼ ਦੀ ਯਾਦ ਰੱਖਣੀ ਹੀ ਹੈ, ਠੀਕ ਹੈ। ਤਾਂ ਪਹਿਲੀ ਫੈਕਟਰੀ ਇਹਨਾਂ ਨੇ ਟ੍ਰੈਂਕਬਰ ਤਾਮਿਲਨਾਡੂ ਦੇ ਵਿੱਚ ਐਸਟੈਬਲਿਸ਼ ਕੀਤੀ ਹੈ, ਠੀਕ ਹੈ। ਔਰ ਜੋ ਦੂਸਰੀ ਫੈਕਟਰੀ ਇਹਨਾਂ ਦੀ ਸੇਰਮਪੁਰ ਬੰਗਾਲ ਦੇ ਵਿੱਚ ਹੈ। ਦੂਸਰੀ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਬਟ ਪਹਿਲੀ ਤੁਹਾਡੇ ਲਈ ਇੰਪੋਰਟੈਂਟ ਰਹੂਗੀ, ਤਾਮਿਲਨਾਡੂ ਦੇ ਟ੍ਰੈਂਕਬਰ ਨਾਮ ਦੀ ਜਗ੍ਹਾ ਦੇ ਉੱਪਰ ਇਹਨਾਂ ਨੇ ਫਸਟ ਫੈਕਟਰੀ ਨੂੰ ਐਸਟੈਬਲਿਸ਼ ਕੀਤਾ, ਠੀਕ ਹੈ। ਬਟ ਉਸ ਤੋਂ ਬਾਅਦ ਫਿਰ ਹੁਣ ਅੰਗਰੇਜ਼ ਇਹਨਾਂ ਨੂੰ ਟਿਕਣ ਦੇਣਗੇ, ਜਿਨ੍ਹਾਂ ਨੇ ਪੋਰਚੁਗੀਜ਼ ਨੂੰ ਨਹੀਂ ਟਿਕਣ ਦਿੱਤਾ, ਜਿਨ੍ਹਾਂ ਨੇ ਪੋਰਚੁਗੀਜ਼ ਈਸਟ ਇੰਡੀਆ ਕੰਪਨੀ ਦੇ ਉੱਪਰ ਹੀ ਆਪਣੀ ਡੋਮੀਨੇਸ਼ਨ ਦਿਖਾ ਦਿੱਤੀ ਹੈ, ਜਦੋਂ ਕਿ 200 ਸਾਲ ਪੁਰਾਣੀ ਕੰਪਨੀ ਹੈ। ਤਾਂ ਫਿਰ ਡੈਨਿਸ਼ ਜੋ ਹੈਗੇ ਨੇ ਇਹ ਤਾਂ ਹੁਣੇ ਆ ਰਹੇ ਆ, ਤਾਂ ਫਿਰ ਇਹਨਾਂ ਨੂੰ ਤਾਂ ਇਹਨਾਂ ਨੇ ਟਿਕਣ ਕੀ ਹੀ ਦੇਣਾ ਸੀ, ਹੈ ਨਾ। ਤਾਂ ਫਿਰ ਇਸੇ ਕਰਕੇ ਹੀ ਇਹਨਾਂ ਦਾ ਕਨਫਲਿਕਟ ਚੱਲਦਾ ਰਿਹਾ ਈਸਟ ਇੰਡੀਆ ਕੰਪਨੀ ਬ੍ਰਿਟਿਸ਼ ਵਾਲੀ ਦੇ ਨਾਲ, ਠੀਕ ਹੈ। ਤੇ 1845 ਦੇ ਵਿੱਚ ਫਿਰ ਆਪਣੀ ਸਾਰੀ ਹੀ ਸੈਟਲਮੈਂਟ ਜੋ ਹੈ ਨਾ ਇਹਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਸੌਂਪ ਕੇ ਵੇਚ ਕੇ ਚਲੇ ਗਏ, ਠੀਕ ਹੈ। ਤਾਂ ਇਹਨਾਂ ਦੇ ਬਾਰੇ ਦੇ ਵਿੱਚ ਆਪਾਂ ਕੁਝ ਵੀ ਹੋਰ ਯਾਦ ਨਹੀਂ ਰੱਖਾਂਗੇ, ਓਕੇ। ਹਾਂਜੀ, ਸਭ ਤੋਂ ਲਾਸਟ ਜੋ ਕੰਪਨੀ ਆ ਰਹੀ ਹੈ that is ਫ੍ਰੈਂਚ ਈਸਟ ਇੰਡੀਆ ਕੰਪਨੀ, ਹੈ ਨਾ। ਜਿਹੜੀ ਫ੍ਰੈਂਚ ਈਸਟ ਇੰਡੀਆ ਕੰਪਨੀ ਹੈ ਇਹ ਵੀ ਜਿਸ ਤਰ੍ਹਾਂ ਆਪਣੇ ਲਈ ਪੋਰਚੁਗੀਜ਼ ਇੰਪੋਰਟੈਂਟ ਸੀਗੇ, ਜਿਸ ਤਰ੍ਹਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇੰਪੋਰਟੈਂਟ ਹੈ, ਐਸੇ ਤਰ੍ਹਾਂ ਹੀ ਫ੍ਰੈਂਚ ਈਸਟ ਇੰਡੀਆ ਕੰਪਨੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗੀ, ਠੀਕ ਹੈ। ਔਰ ਇਹ ਸਭ ਤੋਂ ਲਾਸਟ ਦੇ ਉੱਪਰ ਆਉਣ ਵਾਲੀ ਕੰਪਨੀ ਹੈ ਇੰਡੀਆ ਦੇ ਵਿੱਚ, ਰਾਈਟ। ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਫ੍ਰੈਂਚ ਈਸਟ ਇੰਡੀਆ ਕੰਪਨੀ, ਓਕੇ। ਇਹਦੀ ਅਗਰ ਆਪਾਂ ਫਾਰਮੇਸ਼ਨ ਦੇਖਾਂਗੇ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ 1664 ਦੇ ਵਿੱਚ ਇਸ ਨੂੰ ਫਾਊਂਡ ਕੀਤਾ ਗਿਆ ਸੀਗਾ, ਠੀਕ ਹੈ। ਇਸ ਕੰਪਨੀ ਦਾ ਨਾਮ ਕੀ ਸੀ, ਤਾਂ ਫ੍ਰੈਂਚ ਈਸਟ ਇੰਡੀਆ ਕੰਪਨੀ ਦਾ ਨਾਮ ਸੀ ਦੇਸ ਇੰਦੇਸ ਓਰੀਐਂਟਲਸ, ਠੀਕ ਹੈ, ਯਾਨੀ ਕਿ ਫ੍ਰੈਂਚ ਈਸਟ ਇੰਡੀਆ ਕੰਪਨੀ, ਓਕੇ। ਤੇ ਮੈਂ ਤੁਹਾਨੂੰ ਦੱਸਿਆ ਸੀ ਜੋ ਪੋਰਚੁਗੀਜ਼ ਸੀਗੇ ਇਹਨਾਂ ਦੀ ਕੰਪਨੀ ਦਾ ਕੀ ਨਾਮ ਸੀਗਾ, ਐਸਤਾਦੋ ਦੇ ਇੰਡੀਆ ਕੰਪਨੀ, ਠੀਕ ਹੈ। ਤੇ ਫ੍ਰੈਂਚ ਈਸਟ ਇੰਡੀਆ ਕੰਪਨੀ ਕਿਹੜੀ ਹੋਗੀ, ਦੇਸ ਇੰਦੇਸ ਓਰੀਐਂਟਲਸ ਕੰਪਨੀ, ਆਲਰਾਈਟ। ਤਾਂ ਇਹਦਾ ਜੋ ਪਲਾਨ ਹੈ ਉਹ ਕਿਸਨੇ ਦਿੱਤਾ, ਜੀਨ ਬੈਪਟਿਸਟੇ ਕੋਲਬਰਟ, ਓਕੇ। ਤੁਸੀਂ ਇਹਨੂੰ ਸਿਰਫ ਕੋਲਬਰਟ ਦੇ ਨਾਮ ਤੋਂ ਯਾਦ ਰੱਖੋਗੇ, ਆਲਰਾਈਟ। ਇਹਨਾਂ ਨੇ ਆਪਣੀ ਜੋ ਪਹਿਲੀ ਫੈਕਟਰੀ ਹੈ ਇਹ ਕਿੱਥੇ ਐਸਟੈਬਲਿਸ਼ ਕੀਤੀ ਹੈ, ਸੂਰਤ ਦੇ ਵਿੱਚ। ਦੂਸਰੀ ਫੈਕਟਰੀ ਮਸੋਲੀਪਟਨਮ ਦੇ ਵਿੱਚ, ਠੀਕ ਹੈ। ਬਟ ਅਗਰ ਤੁਸੀਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਗੱਲ ਕਰੋਗੇ ਤਾਂ ਇਹਨਾਂ ਨੂੰ ਤੁਸੀਂ ਆਪਸ ਦੇ ਵਿੱਚ ਉਲਟਾ ਕਰ ਦੇਣਾ। ਉਹਨਾਂ ਦੀ ਪਹਿਲੀ ਫੈਕਟਰੀ ਮਸੋਲੀਪਟਨਮ ਦੇ ਵਿੱਚ ਹੈ ਐਂਡ ਜੋ ਸੈਕਿੰਡ ਫੈਕਟਰੀ ਹੈ ਇਹ ਰਹੇਗੀ ਸੂਰਤ ਦੇ ਵਿੱਚ, ਠੀਕ ਹੈ। ਫਿਰ ਇਹਨਾਂ ਨੇ
इंपॉर्टेंट चीज केड़ी कीती है, पौंडीचेरी दा एरिया, क्योंकि तुहानूं पता ही होएगा कि फ्रेंच ईस्ट इंडिया कंपनी जदों बाद दे विच अपना होल्ड ऑलमोस्ट गवा बैठी सी, तां वी एंड तक काफ़ी सालों तक जो है ना ये पौंडीचेरी के उपर बने रहे ने इंडिया दे विच, है ना। तो पौंडीचेरी का एरिया जो है ये इन्हों ने लिया सीगा किंग ऑफ बीजापुर तो, राइट। जदों पौंडीचेरी का एरिया इन्हों ने 1674 दे विच अपने कब्जे दे विच कीता, उस तो बाद फिर ऐसे नूं ही इन्हों ने बना लिया अपना प्लेस ऑफ इंपॉर्टेंस, ठीक है। तो ये जो पौंडीचेरी का एरिया है किन्ने लिया सीगा, फ्रैंकोइस मार्टिन ने, ऑल राइट, यस। तो इस तो बाद आपां हुण गल कर रहे हैं कि जो इत्थे दा फाइनांस मिनिस्टर सीगा कॉलबर्ट, उसने जदों एस कंपनी का बेस तैयार किया, बैकग्राउंड तैयार किया, उस टाइम राजा कौन है, लुइस 14, ठीक है। इंडिया विच कदों आ रही है कंपनी, एस्टैबलिश हुई 1668 दे विच, सॉरी 4 दे विच, बट इंडिया विच पहुंच रही है 1668 दे विच, ठीक है। पहली फैक्ट्री कित्थे बनाई है इन्होंने, सूरत दे विच, दूसरी फैक्ट्री मसूलीपट्टनम दे विच बनाई है, राइट। हुण तुसीं देखो फिर इन्होंने धीरे धीरे करके माहे, यानम, क्राइकल इत्थे भी अपनियां जो एस्टैबलिशमेंट है वो कीतियां। हुण देखो ये तीनों एरिया किहड़े हैगे ने, अज दा जो पौंडीचेरी है तुहानूं पता है कि इस दे विच 4 डिस्ट्रिक्ट अलग अलग जगह ते हैगे ने, है ना। एक तो पौंडीचेरी है और दूसरा माहे है, तीसरा यानम, चौथा क्राइकल, यानी कि ये वाले इंपॉर्टेंट एरियाज जो अज की डेट दे विच पौंडीचेरी का काफ़ी ज़्यादा इंपॉर्टेंट पार्ट ने, इन्हों फ्रेंच ईस्ट इंडिया कंपनी ने फिर धीरे धीरे करके अपने कब्जे दे विच ले लिया, ठीक है। हुण तुसीं देखो जदों फ्रेंच ईस्ट इंडिया कंपनी आई है तो मैं तुहानूं हुणे दस्सिया कि जो ईस्ट इंडिया कंपनी है ब्रिटिश वाली, उन्हां दे नाल इन्हां दा बहुत ज़्यादा टशन चलना है, बिकॉज ये भी बहुत ज़्यादा अच्छा होल्ड रखते सीगे, अच्छी खासी इन्हां दी भी आर्मी हैगी सी, और ब्रिटिश ईस्ट इंडिया कंपनी हुण कदी भी नहीं चाहेगी कि इन्हां दा होल्ड कोई होर लैके जाए, है ना। इस करके बहुत ही ज़्यादा इंपॉर्टेंट जिहड़े युद्ध ने ना वो हो रहे ने फ्रेंच एंड ब्रिटिश ईस्ट इंडिया कंपनी दे विच, ठीक है। इन्हां युद्धां नूं बोलिया जांदा है द कार्नैटिक वॉर या फिर कर्नाटका दे युद्ध पंजाबी दे विच, ठीक है। तो ये इन्हां दा सुप्रीमेसी दा स्ट्रगल है, और ये तीनों ही वॉर्स तुहाडे लई मोस्ट इंपॉर्टेंट वॉर्स रहणगियां, ठीक है। पहला सीधा क्वेश्चन तो यही बन जाता हुंदा है कि जिहड़ी कार्नैटिक वॉर है ये किहड़ियां पावर्स दे विचकार हुई सी, तो ये ब्रिटिश एंड फ्रेंच दे विचकार हुई है, ओके। या पूछा जा सकता है ब्रिटिश एंड फ्रेंच दे विचकार किहड़ियां लड़ाइयां हुईयां, तो आंसर रहेगा कार्नैटिक वॉर या फिर कर्नाटका दे युद्ध, ठीक है। ये टोटल किन्ने होए ने, तो कर्नाटका दे युद्ध टोटल 3 होए, ओके, 3 युद्ध होए ने कर्नाटका दे, ऑलराइट। तो ये होए कस लई है ताकि इन्हां दोनों के विचकार जिहड़े मिलिटरी कॉन्फ्लिक्ट हैगे आ उन्होंने एक टाइम के लिए खत्म किया जा सके, क्योंकि किसी ना किसी की तो सुप्रीमेसी आऊगी, है ना, या तो ब्रिटिश जित जाएंगे या फ्रेंच जित जाएंगे। इस वास्ते तो जिहड़ियां तीनों वॉर्स ने ये 1746 तो लैके और 63 तक दे जो टाइम पीरियड दे विच लड़े गए ने, ओके। इस तो बाद यही वालियां 3 ऐदां दियां लड़ाइयां सी, जिस तो बाद जो ब्रिटिश ईस्ट इंडिया कंपनी है इन्हां ने अपनी डोमिनेंस दिखा दी कि हुण इन्हां दे सामने कोई भी यूरोपियन कंपनी जो है वो नहीं टिक सकती, ये सारियां तो सुपीरियर ने, ठीक है। तो फिर जिहड़े फ्रेंच सीगे हुण वो पासे जे होके बैठ गए, ठीक है। पूरे इंडिया दे विच अपना एस्टैबलिशमेंट करन दा सपना इन्हां ने कर दिता खत्म, ठीक है। और सिर्फ पौंडीचेरी या फिर उनके आले दुआले दे थोड़े जे एरिया दे विच ये प्रिसाइज होके रह गए, कन्फाइंड होके रह गए, ठीक है। तो हुण अज जो आपां इन्हां बारे गल करनी है कार्नाटिक वॉर्स के बारे दे विच, इन्हां दे विच इंपॉर्टेंट जिहड़े फैक्ट्स रहणगे मैं तुहानूं दसदी रहूँगी, ठीक है। तो 1742 तक ता ना जो फ्रेंच ईस्ट इंडिया कंपनी सी ये कर रही सी सिर्फ ट्रेड, क्योंकि देखो जिहड़ी ब्रिटिश ईस्ट इंडिया कंपनी है वो भी तो शुरू दे विच ट्रेड करन लई आई ना, यानी कि इन्हां दोनों का मकसद सेम ही सीगा। धीरे धीरे करके इन्हां दोनों ने अपने मकसद सेम ही चेंज किए। जो ब्रिटिश ईस्ट इंडिया कंपनी है उन्होंने भी पॉलिटिक्स दे विच घुसना शुरू कर दिता, और जिहड़ी फ्रेंच ईस्ट इंडिया कंपनी है उन्हें भी इत्थे दी पॉलिटिक्स दे विच इंडिया दे विच घुसना शुरू कर दिता, है ना। ते 1742 तो बाद जे इत्थे दा फ्रैंकोइस डुप्लेक्स नाम का जो परसन है ये गवर्नर बन के इंडिया दे विच आ गया, उसी टाइम तो बाद ही स्टार्ट हो जाती है फ्रेंच ईस्ट इंडिया कंपनी की पॉलिटिक्स, ठीक है। क्योंकि वो बड़ा ही महत्वाकांक्षी बंदा है फ्रैंकोइस,
ठीक है, ਉਹਨੇ ਆਪਣੇ ਐਮਪਾਇਰ ਨੂੰ ਐਕਸਪੈਂਡ ਕਰਨਾ ਸਟਾਰਟ ਕਰ ਦਿੱਤਾ। ਤੁਸੀਂ ਅਕਸਰ ਹੀ ਹਿਸਟਰੀ 'ਚ ਇੱਕ ਨਾਮ ਸੁਣਿਆ ਹੋਣਾ ਹੈ ਸਬਸਿਡਰੀ ਅਲਾਇੰਸ, ਹੈ ਨਾ, ਜਿਸ ਦੇ ਨਾਲ ਤੁਸੀਂ ਅਕਸਰ ਨਾਮ ਕਿਹਦਾ ਜੋੜਦੇ ਹੋ, ਲੋਰਡ ਵੈਲਿੰਗਲੇ ਦਾ, ਰਾਈਟ। ਬਟ ਜੋ ਸਬਸਿਡਰੀ ਅਲਾਇੰਸ ਹੈ ਨਾ, ਸਭ ਤੋਂ ਪਹਿਲੀ ਵਾਰ ਇੰਡੀਆ ਦੇ ਵਿੱਚ ਕੌਣ ਲੈ ਕੇ ਆ ਰਿਹਾ ਹੈ, ਇਸ ਦਾ ਨਾਮ ਹੈ ਜੋਸਫ ਫ੍ਰੈਂਕੋਇਸ ਡੁਪਲੇਕਸ, ਜੋ ਕਿ ਫ੍ਰੈਂਚ ਦਾ ਇੱਕ ਗਵਰਨਰ ਸੀਗਾ। ਓਕੇ, ਤਾਂ ਇਹਨੇ ਹੀ ਸਬਸਿਡਰੀ ਅਲਾਇੰਸ ਸਟਾਰਟ ਕੀਤਾ। ਦੇਖੋ ਇਸ ਵੇਲੇ ਹੋ ਕੀ ਰਿਹਾ ਸੀ, ਇੰਡੀਆ ਦੇ ਜਿਹੜੇ ਰਾਜੇ ਹੈ ਉਹ ਵੰਡੇ ਜਾ ਰਹੇ ਸੀਗੇ, ਹੈ ਨਾ, ਔਰ ਇੱਕ ਦੂਸਰੇ ਦੇ ਉੱਪਰ ਇਹ ਹਮਲਾ ਕਰ ਰਹੇ ਹੈ, ਉਹਨਾਂ ਲਈ ਬੜੀ ਨਾਰਮਲ ਗੱਲ ਹੋ ਗਈ ਸੀਗੀ। ਤਾਂ ਡਿਊਪਲੇ ਨੇ ਕੀ ਕੀਤਾ, ਇਹਦਾ ਫਾਇਦਾ ਉਠਾਇਆ, ਠੀਕ ਹੈ। ਇਹ ਅਲੱਗ-ਅਲੱਗ ਰਾਜਿਆਂ ਦੇ ਕੋਲ ਗਿਆ, ਇਹਨੇ ਆਫਰ ਕਰਨਾ ਸਟਾਰਟ ਕੀਤਾ ਕਿ ਤੁਸੀਂ ਸਾਨੂੰ ਪੇ ਕਰੋ ਔਰ ਅਸੀਂ ਨਾ ਤੁਹਾਨੂੰ ਆਪਣੀ ਆਰਮੀ ਦੀ ਪ੍ਰੋਟੈਕਸ਼ਨ ਪ੍ਰੋਵਾਈਡ ਕਰਾਂਗੇ, ਤੁਹਾਨੂੰ ਹੈਲਪ ਦੇਵਾਂਗੇ, ਤਾਂ ਕਿ ਕੋਈ ਵੀ ਦੂਸਰਾ ਰਾਜਾ ਤੁਹਾਡੇ ਤੇ ਹਮਲਾ ਕਰੇਗਾ ਤਾਂ ਫਿਰ ਅਸੀਂ ਤੁਹਾਡੇ ਲਈ ਲੜਾਂਗੇ, ਠੀਕ ਹੈ। ਤਾਂ ਐਸੇ ਨੂੰ ਹੀ ਕੀ ਬੋਲਿਆ ਜਾਂਦਾ ਹੈ, ਇਸੇ ਨੂੰ ਹੀ ਬੋਲਦੇ ਨੇ ਸਬਸਿਡਰੀ ਅਲਾਇੰਸ। ਔਰ ਇਹ ਸਬਸਿਡਰੀ ਅਲਾਇੰਸ ਜੋ ਹੈ ਇਹ ਸਟਾਰਟ ਕਿਹਦੇ ਵੱਲੋਂ ਕੀਤਾ ਗਿਆ, ਤਾਂ ਸਟਾਰਟ ਹੋਇਆ ਹੈ ਫ੍ਰੈਂਕੋਇਸ ਵੱਲੋਂ, ਠੀਕ ਹੈ, ਇਹ ਯਾਦ ਰੱਖਣਾ ਹੈ। ਓਕੇ, ਬਟ ਅਗਰ ਤੁਹਾਡੇ ਕੋਲ ਇਹ ਪੁੱਛਿਆ ਜਾਂਦਾ ਹੈ ਕਿ ਸਬਸਿਡਰੀ ਅਲਾਇੰਸ ਨੂੰ ਅੱਗੇ ਕਿੰਨੇ ਵਧਾਇਆ, ਸਹੀ ਦੇ ਵਿੱਚ ਉਪਯੋਗ ਕਿੰਨੇ ਕੀਤਾ, ਤਾਂ ਫਿਰ ਨਾਮ ਲਾਰਡ ਵੈਲਜ਼ਲੀ ਹੀ ਰਹੂਗਾ। ਓਕੇ, ਤਾਂ ਹੁਣ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਹੈ, ਇਹਨਾਂ ਦੇ ਨਾਲ ਸ਼ੁਰੂ ਹੋ ਗਿਆ ਜੀ ਕੌਨਫਲਿਕਟ, ਇਹਨਾਂ ਦੇ ਨਾਲ ਸਟਾਰਟ ਹੋ ਗਿਆ ਹੈ ਵਾਰਜ਼ ਫ੍ਰੈਂਚ ਈਸਟ ਇੰਡੀਆ ਕੰਪਨੀਜ਼ ਦੀਆਂ, ਠੀਕ ਹੈ। ਤਾਂ ਜੋ ਫਸਟ ਕਾਰਨੈਟਿਕ ਵਾਰ ਹੋਈ ਹੈ, ਇਹਦੀ ਬੈਕਗ੍ਰਾਉਂਡ ਕੀ ਹੈ, ਦੇਖੋ ਇਹਨੂੰ ਕਾਰਨੈਟਿਕ ਨਾਮ ਪਹਿਲਾਂ ਤਾਂ ਦਿੱਤਾ ਕਿਉਂ ਗਿਆ, ਪਹਿਲਾਂ ਤਾਂ ਇਹ ਦੇਖੋ, ਜਿਹੜੇ ਯੂਰੋਪੀਅਨ ਸੀ ਨਾ, ਇਹਨਾਂ ਨੇ ਕੋਰੋਮੰਡਲ ਦਾ ਜੋ ਕੋਸਟ ਹੈ ਇਸੇ ਨੂੰ ਹੀ ਕਾਰਨੈਟਿਕ ਨਾਮ ਦਿੱਤਾ ਸੀਗਾ, ਰਾਈਟ। ਐਂਡ ਪਹਿਲੀ ਕਾਰਨੈਟਿਕ ਵਾਰ ਐਂਗਲੋ ਫ੍ਰੈਂਚ ਵਾਰ, ਇਹ ਸਟਾਰਟ ਜੋ ਹੋ ਰਹੀ ਹੈ ਨਾ, ਇਹਦੇ ਕਾਜ਼ ਇਹ ਸਟਾਰਟ ਹੋ ਰਹੇ ਨੇ ਯੂਰਪ ਤੋਂ। ਦੇਖੋ ਜਿਹੜੇ ਫ੍ਰੈਂਚ ਸੀਗੇ ਨਾ ਔਰ ਅੰਗਰੇਜ਼ ਸੀ, ਇਹ ਹਮੇਸ਼ਾ ਹੀ ਆਪਸ ਦੇ ਵਿੱਚ ਲੜਦੇ ਹੀ ਰਹਿੰਦੇ ਸੀ। ਜਿਹੜੀ ਵੀ ਜਗ੍ਹਾ ਦੇ ਉੱਪਰ ਇਹ ਗਏ ਨੇ ਨਾ, ਇਹ ਆਪਸ ਦੇ ਵਿੱਚ ਲੜਾਈਆਂ ਹੀ ਕੀਤੀਆਂ ਇਹਨਾਂ ਨੇ, ਚਾਹੇ ਉਹ ਇੰਡੀਆ ਦਾ ਏਰੀਆ ਹੈਗਾ, ਚਾਹੇ ਉਹ ਯੂਰਪ ਦਾ ਏਰੀਆ ਹੈਗਾ, ਠੀਕ ਹੈ। ਥੋੜੀ ਜਿਹੀ ਜਗ੍ਹਾ ਇਹਨਾਂ ਨੇ ਚਾਈਨਾ ਦੇ ਵਿੱਚ ਵੀ ਰੱਖੀ ਹੋਈ ਸੀ, ਅਫਰੀਕਾ ਵਿੱਚ ਵੀ ਰੱਖੀ ਹੋਈ ਸੀ, ਹਰ ਜਗ੍ਹਾ ਤੇ ਹੀ ਇਹਨਾਂ ਦੀਆਂ ਲੜਾਈਆਂ ਹੁੰਦੀਆਂ ਸੀ। ਤੇ ਜ਼ਿਆਦਾਤਰ ਜੋ ਲੜਾਈਆਂ ਦਾ ਸੈਂਟਰ ਹੁੰਦਾ ਸੀ ਨਾ, ਐਪਿਕ ਸੈਂਟਰ, ਬਿਲਕੁਲ ਸਟਾਰਟ ਕੀਤੀਆਂ ਜਾਂਦੀਆਂ ਸੀ ਯੂਰਪ ਦੇ ਵਿੱਚ। ਓਕੇ, ਫਿਰ ਧੀਰੇ ਧੀਰੇ ਕਰਕੇ ਇਹ ਅੱਗੇ ਫੈਲਣਾ ਸ਼ੁਰੂ ਕਰ ਦਿੰਦੀਆਂ ਸੀਗੀਆਂ, ਆਲਰਾਈਟ। ਤੇ ਇਸੇ ਤਰ੍ਹਾਂ ਹੀ ਜੋ ਇਹ ਵਾਲੀਆਂ ਕਾਰਨੈਟਿਕ ਵਾਰਸ ਹੈਗੀਆਂ, ਪਹਿਲੀ ਕਾਰਨੈਟਿਕ ਵਾਰ ਜੋ ਹੈ ਇਹ ਯੂਰਪ ਦੇ ਵਿੱਚ ਸਟਾਰਟ ਹੋ ਰਹੀ ਹੈ। ਐਂਡ ਦਾ ਮੇਨ ਰੀਜ਼ਨ ਤੁਸੀਂ ਜ਼ਰੂਰ ਯਾਦ ਰੱਖਣਾ ਹੈ, ਠੀਕ ਹੈ। ਤਾਂ ਜੋ ਆਸਟਰੀਆ ਹੈ ਨਾ, ਆਸਟਰੀਆ ਇੱਕ ਯੂਰਪ ਦੇ ਵਿੱਚ ਕੰਟਰੀ ਹੈ, ਐਸੇ ਦੀ ਹੀ ਸਕਸੈਸ਼ਨ ਕੌਣ ਲਏਗਾ, ਇਸ ਦੇ ਉੱਪਰ ਕਿਹਦਾ ਅਧਿਕਾਰ ਹੋਏਗਾ, ਐਸੇ ਅਧਿਕਾਰ ਦੇ ਲਈ ਹੀ, ਐਸੇ ਉੱਤਰਾਧਿਕਾਰ ਦੇ ਲਈ ਹੀ ਪਹਿਲੀ ਕਾਰਨੈਟਿਕ ਵਾਰ ਨੂੰ ਸਟਾਰਟ ਕੀਤਾ ਗਿਆ, ਠੀਕ ਹੈ। ਔਰ ਇਹ ਦੋਨੋਂ ਜਣੇ ਆਪਸ ਦੇ ਵਿੱਚ ਲੜਦੇ ਰਹੇ, ਚਾਹੇ ਇਹਨਾਂ ਕਾਰਨੈਟਿਕ ਵਾਰਸ ਦੇ ਵਿੱਚ ਸ਼ਾਮਿਲ ਸੀਗੇ ਆਪਣੇ ਇੰਡੀਅਨ ਰੂਲਰਸ ਵੀ, ਠੀਕ ਹੈ। ਪਰ ਫਿਰ ਵੀ ਅਗਰ ਤੁਸੀਂ ਮੇਨਲੀ ਗੱਲ ਕਰੋਗੇ ਤਾਂ ਇਹ ਫ੍ਰੈਂਚ ਐਂਡ ਐਂਗਲੋ ਸਟਰਗਲ ਹੀ ਮੰਨਿਆ ਜਾਏਗਾ, ਠੀਕ ਹੈ। ਤਾਂ ਆਸਟਰੀਆ ਜੋ ਹੈ ਇਹਦੇ ਉੱਪਰ ਕਬਜ਼ਾ ਕਰਨ ਦੇ ਲਈ, ਇਹਦੇ ਉੱਤਰਾਧਿਕਾਰ ਦੇ ਲਈ ਪਹਿਲੀ ਕਾਰਨੈਟਿਕ ਵਾਰ ਸਟਾਰਟ ਹੋਈ ਹੈ। ਇੱਕ ਤਾਂ ਤੁਸੀਂ ਇਹ ਯਾਦ ਰੱਖਣਾ ਹੈ। ਦੂਸਰੀ ਚੀਜ਼ ਕੀ ਯਾਦ ਰੱਖੋਗੇ ਕਿ ਇਸ ਵਾਰ ਦਾ ਐਂਡ ਕਿਸ ਤਰ੍ਹਾਂ ਹੋਇਆ ਹੈ, ਕਿਹੜੀ ਟ੍ਰੀਟੀ ਸੀ। ਟ੍ਰੀਟੀਜ਼ ਤੁਸੀਂ ਤਿੰਨੋਂ ਯਾਦ ਰੱਖਣੀਆਂ, ਠੀਕ ਹੈ। ਇਹ ਹੈ ਐਕਸਲਾ ਸ਼ੈਪਲੇ ਟ੍ਰੀਟੀ, ਆਲਰਾਈਟ। ਇਹਨੂੰ ਸਾਈਨ ਕੀਤਾ ਗਿਆ, ਓਕੇ। ਔਰ ਉਸ ਤੋਂ ਬਾਅਦ ਦੇਖੋ, ਨਾ ਤਾਂ ਫਾਇਦਾ ਹੋ ਰਿਹਾ ਜ਼ਿਆਦਾ ਅੰਗਰੇਜ਼ਾਂ ਨੂੰ, ਨਾ ਹੀ ਜ਼ਿਆਦਾ ਫਾਇਦਾ ਹੋ ਰਿਹਾ ਫ੍ਰੈਂਚ ਨੂੰ। ਦੋਨਾਂ ਨੇ ਆਪਸ ਦੇ ਵਿੱਚ ਬਸ ਇੱਕ ਸੈਟਲਮੈਂਟ ਜੀ ਕੀਤੀ ਹੈ, ਠੀਕ ਹੈ। ਉਹ ਕਿਸ ਤਰ੍ਹਾਂ, ਇਸ ਟ੍ਰੀਟੀ ਦੇ ਵਿੱਚ ਟਰਮਸ ਰੱਖੀਆਂ, ਇਹਨਾਂ ਨੇ ਬੋਲਿਆ ਕਿ ਜੋ ਮੈਡਰਾਸ ਦਾ ਏਰੀਆ ਹੈਗਾ, ਜਿਸ ਦੇ ਉੱਪਰ ਫ੍ਰੈਂਚ ਨੇ ਕਬਜ਼ਾ ਕਰ ਲਿਆ ਸੀ, ਇਹ ਦੁਬਾਰਾ ਤੋਂ ਵਾਪਸ ਦੇ ਦਿੱਤਾ ਜਾਏਗਾ ਇੰਗਲਿਸ਼ ਨੂੰ, ਠੀਕ ਹੈ। ਚਲੋ, ਇਹਦੇ ਬਦਲੇ ਫ੍ਰੈਂਚ ਨੂੰ ਕੀ ਮਿਲਿਆ, ਤਾਂ ਜਿਹੜੇ ਫ੍ਰੈਂਚ ਹੈ ਇਹਨਾਂ ਨੂੰ ਨਾਰਥ ਅਮਰੀਕਾ ਦੀਆਂ ਉਹ ਵਾਲੀਆਂ ਟੈਰੀਟਰੀਜ਼ ਜਿਹੜੀਆਂ ਕਿ ਇੰਗਲਿਸ਼ ਦੇ ਕਬਜ਼ੇ 'ਚ ਚਲੀਆਂ ਗਈਆਂ ਸੀ, ਉਹ ਇਹਨਾਂ ਨੂੰ ਦੇ ਦਿੱਤੀਆਂ ਗਈਆਂ। ਤਾਂ ਤੁਸੀਂ ਸਮਝ ਸਕਦੇ ਹੋ, ਇੱਕ ਚੀਜ਼ ਫ੍ਰੈਂਚ ਨੂੰ ਮਿਲ ਗਈ ਹੈ ਤੇ ਇੱਕ ਚੀਜ਼ ਫਿਰ ਮਿਲ ਗਈ ਹੈ ਈਸਟ ਇੰਡੀਆ ਕੰਪਨੀ ਨੂੰ, ਹੈ ਨਾ। ਤਾਂ ਦੋਨੋਂ ਹੀ ਜਣੇ ਫਿਰ ਹੁਣ ਖੁਸ਼ ਹੈਗੇ ਨੇ। ਬਟ ਯੈਸ, ਇੱਕ ਕੁਐਸਚਨ ਬਹੁਤ ਹੀ ਇੰਪੋਰਟੈਂਟ ਬਣਦਾ ਹੈ ਜੋ ਮੈਂ ਬੋਲਡ ਕੀਤਾ ਹੋਇਆ ਹੈ। ਪੁੱਛਿਆ ਜਾਂਦਾ ਹੈ ਕਿ ਬੈਟਲ ਆਫ ਸੇਂਟ ਥੋਮ ਇਹ ਕਿਹੜੀ ਕਾਰਨੈਟਿਕ ਵਾਰ ਦੇ ਦੌਰਾਨ ਹੋਈ ਹੈ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖੋਗੇ ਕਿ ਪਹਿਲੀ ਕਾਰਨੈਟਿਕ ਵਾਰ ਜੋ ਹੈ ਇਹਦੀ ਹੀ ਇੰਪੋਰਟੈਂਟ ਬੈਟਲ ਹੈ ਬੈਟਲ ਆਫ ਥੋਮ, ਠੀਕ ਹੈ। ਇਹ ਐਡਿਆਰ ਨਾਮ ਦੀ ਰਿਵਰ ਦੇ ਉੱਪਰ ਹੋਈ ਸੀਗੀ, ਓਕੇ। ਔਰ ਇਹਦੇ ਵਿੱਚ ਬਸ ਮੇਰੇ ਖਿਆਲ ਦੇ ਵਿੱਚ ਹੋਰ ਕੁਝ ਯਾਦ ਰੱਖਣ ਵਾਲਾ ਨਹੀਂ ਹੈਗਾ। ਫਸਟ ਕਾਰਨੈਟਿਕ ਵਾਰ ਵਿੱਚ ਕਿਹੜੇ ਪੁਆਇੰਟ ਯਾਦ ਰੱਖਣੇ ਆ। ਫਸਟ ਕਾਰਨੈਟਿਕ ਵਾਰ ਵਿੱਚ 46 ਤੋਂ 48 ਤੱਕ ਇਹ ਚੱਲੀ ਹੈ, ਵੈਰੀ ਗੁੱਡ। ਉਸ ਤੋਂ ਬਾਅਦ ਕਿਉਂ ਚੱਲੀ ਹੈ, ਆਸਟਰੀਆ ਦੇ ਉੱਪਰ ਉੱਤਰਾਧਿਕਾਰ ਕਰਨ ਦੇ ਲਈ। ਖਤਮ ਕਿੱਦਾਂ ਹੋਈ,
ऑक्सिला शैपले नाम की ट्रीटी के नाल खत्म हो रही है, ठीक है। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਬੈਟਲ ਕਿਹੜੀ ਹੈ? ਬੈਟਲ ਆਫ ਸੇਂਟ ਥੋਮ, ਠੀਕ ਹੈ। ਇਹ ਤੁਸੀਂ ਪਹਿਲੀ ਕਾਰਨੈਟਿਕ ਵਾਰ ਦੇ ਬਾਰੇ ਵਿੱਚ ਯਾਦ ਰੱਖੋਗੇ, ਆਲਰਾਈਟ। ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਹੁਣ ਦੂਸਰੀ ਕਾਰਨੈਟਿਕ ਵਾਰ ਦੀ। आई थिंक ਇਹਦੇ ਵਿੱਚ ਨਾ ਇੱਕ ਮਿਸਪਲੇਸ ਹੋ ਗਈ, ਮੇਬੀ, ਸੌਰੀ। ਚਲੋ ਮੈਂ ਐਦਾਂ ਹੀ ਤੁਹਾਨੂੰ ਦੱਸ ਦਿੰਦੀ ਹਾਂ। ਜਿਹੜੀ ਦੂਸਰੀ ਕਾਰਨੈਟਿਕ ਵਾਰ ਹੈ ਇਹ ਹੋਈ ਹੈ ਜੀ हैदराबाद एंड करनाटका ਦੇ ਉੱਪਰ ਉੱਤਰਾਧਿਕਾਰ ਦੇ ਲਈ। ਤਾਂ ਦੇਖੋ ਹੁਣ ਇਹਦੇ ਜਿਹੜੇ ਬੀਜ ਨੇ ਫਿਰ ਇਹ ਕਿੱਥੇ ਹੈਗੇ ਜੀ? ਇੰਡੀਆ ਦੇ ਵਿੱਚ, ਹੈ ਨਾ, क्योंकि इंडिया ਦੇ ਵਿੱਚ जो कर्नाटका ਦਾ ਏਰੀਆ है और जो हैदराबाद ਦਾ ਏਰੀਆ है, ਇਸੇ ਦੋਨੋਂ ਏਰੀਆ ਦੇ ਉੱਪਰ कौन उत्तराधिकार करेगा, इस दे ਲਈ ही इस कार्नेटिक वॉर ਨੂੰ ਕੀਤਾ ਗਿਆ, ठीक है। ਜਦੋਂ मैं ਤੁਹਾਨੂੰ PDF ਦਊਂਗੀ ਨਾ ਟੈਲੀਗ੍ਰਾਮ ਦੇ ਵਿੱਚ, ਤਾਂ ਫਿਰ ਉਸ ਦੇ ਵਿੱਚ ਮੈਂ ਤੁਹਾਨੂੰ ਇਹ ਜੋ ਸੈਕੰਡ कार्नेटिक वॉर है ਉਸ ਨੂੰ ਐਡ ਕਰ ਦੂੰਗੀ, ठीक है। ਤਾਂ ਇਹ ਵਾਲੀ ਜੋ ਵॉर है ਇਹ 1749 ਤੋਂ ਲੈ ਕੇ ਐਂਡ 54 ਤੱਕ ਚੱਲੀ ਹੈ, ਓਕੇ। ਹੁਣ ਇਹਦਾ ਰੀਜ਼ਨ ਕੀ ਹੈ? ਰੀਜ਼ਨ ਤੁਹਾਨੂੰ ਤਿੰਨਾਂ ਦੇ ਹੀ ਯਾਦ ਰਹਿਣੇ ਚਾਹੀਦੇ ਹੈ। ਪਹਿਲੀ ਦਾ ਰੀਜ਼ਨ ਕੀ ਸੀਗਾ? ਆਸਟਰੀਆ ਦਾ। ਦੂਸਰੀ ਦਾ ਕਰਨਾਟਕਾ ਐਂਡ हैदराबाद ਦਾ ਉੱਤਰਾਧਿਕਾਰ, ਹੈ ਨਾ। ਹੁਣ ਦੇਖੋ ਜਦੋਂ ਵੀ ਦੋ ਬਿੱਲੀਆਂ ਲੜਨਗੀਆਂ ਤਾਂ ਬਾਂਦਰ ਹੁੰਦਾ ਫਾਇਦਾ ਉਠਾਏਗਾ ਹੀ, ਹੈ ਨਾ। ਤਾਂ ਇੱਥੇ ਕੀ ਹੋ ਰਿਹਾ ਜੀ? ਰਾਜੇ ਸਾਡੇ ਆਪਸ ਦੇ ਵਿੱਚ ਲੜ ਰਹੇ ਹੈਗੇ ਆ, ਠੀਕ ਹੈ। ਵੀ ਉਹ ਕਹਿੰਦੇ ਕਰਨਾਟਕਾ ਤੇ ਮੈਂ ਅਧਿਕਾਰ ਕਰਾਂਗਾ, हैदराबाद ਤੇ ਮੈਂ ਬੈਠਾਂਗਾ, ਦੂਸਰਾ ਕਹਿੰਦਾ ਮੈਂ ਬੈਠਾਂਗਾ। ਤਾਂ ਜਿਹੜੇ ਅੰਗਰੇਜ਼ ਹੈ ਔਰ ਫ੍ਰੈਂਚ ਹੈ ਇਹਨਾਂ ਨੇ ਦੇਖਿਆ ਕਿ ਕਿਉਂ ਨਾ ਅਸੀਂ ਇਸ ਚੀਜ਼ ਦਾ ਫਾਇਦਾ ਉਠਾਈਏ, ਠੀਕ ਹੈ। ਤਾਂ ਇਹਨਾਂ ਦੋਨਾਂ ਨੇ ਨਾ ਇੱਕ ਸਾਈਡ ਨੂੰ ਜੋ ਹੈ ਪ੍ਰਮੋਟ ਕੀਤਾ ਇੰਗਲਿਸ਼ ਨੇ ਔਰ ਦੂਸਰੀ ਸਾਈਡ ਦੀ ਹੈਲਪ ਕੀਤੀ ਹੈ ਫ੍ਰੈਂਚ ਨੇ, ਓਕੇ। ਤਾਂ ਇਹਦੇ ਵਿੱਚ ਜੋ ਇੰਪੋਰਟੈਂਟ ਬੈਟਲ ਹੈ ਇਹ ਹੈ ਬੈਟਲ ਆਫ ਅੰਬਰ, ਠੀਕ ਹੈ। ਬੈਟਲ ਆਫ ਅੰਬਰ ਤੁਸੀਂ ਯਾਦ ਰੱਖਣਾ ਹੈ। ਇਸ ਦੇ ਵਿੱਚ ਕਿਹਦੇ ਵਿਚਕਾਰ ਇਹ ਬੈਟਲ ਹੋ ਰਹੀ ਹੈ? ਤਾਂ ਇੱਕ ਪਾਸੇ ਹੈ ਨਾਸਿਰ ਜੰਗ ਐਂਡ ਮੁਹੰਮਦ ਅਲੀ, ਠੀਕ ਹੈ। ਦੂਸਰੇ ਪਾਸੇ ਕੌਣ ਹੈ? ਅੱਛਾ, ਇਹਨਾਂ ਦੋਨਾਂ ਦੀ ਹੈਲਪ ਕੌਣ ਕਰ ਰਿਹਾ ਹੈ? ਇਹਨਾਂ ਦੋਨਾਂ ਦੀ ਹੈਲਪ ਕਰ ਰਹੇ ਨੇ ਬ੍ਰਿਟਿਸ਼ਰਸ, ਓਕੇ। ਅਦਰ ਸਾਈਡ ਅਗਰ ਦੇਖਾਂਗੇ ਤਾਂ ਚੰਦਾ ਸਾਹਿਬ ਐਂਡ ਮੁਜ਼ੱਫਰ ਜੰਗ, ਇਹਨਾਂ ਦੋਨਾਂ ਦੀ ਹੈਲਪ ਕਰ ਰਹੇ ਨੇ ਫ੍ਰੈਂਚ, ਓਕੇ। ਹੁਣ ਅਸਲ ਦੇ ਵਿੱਚ ਚਾਹੇ ਲੜਾਈ ਇਹਨਾਂ ਦੋਨਾਂ ਦੇ ਵਿਚਕਾਰ ਹੈਗੀ ਹੈ, यानी अपने इत्थे दे राजियां विचकार है, इन्हां राजियां दा नाम याद रखना ज़्यादा जरूरी नहीं होएगा, ओके। यस, बट अगर तुसी मेंस दा एग्जाम दे रहे हो डेफिनेटली याद रखना, ओके। तो ये जो दोनों राजे हैगे है ये आपस दे विच लड़ रहे ने। इधरले दोनों ब्रिटिश वाले जिहड़े हेल्प कर रहे ने और इधरले पासे फ्रांस वाले हेल्प कर रहे ने, ठीक है। तो दोनों ही आपस दे विच लड़ रहे ने। तो इस तो बाद एंड फिर जाके एंदा भी एक संधि दे नाल ही होएगा, ठीक है। पहली वाली संधि किहड़ी सीगी? पहली संधि का नाम की सीगा ऑक्सिला शैपले संधि, ठीक है। ये वाली ट्रीटी हुई। जो दूसरी है इस दे विच हुण क्योंकि इंडिया है ना, तो इत्थे ट्रीटी हो रही है जी पौंडीचेरी दी, ठीक है। ये भी याद रखोगे, पौंडीचेरी दी ट्रीटी दे नाल जो दूसरी कार्नेटिक वॉर है इसनू खत्म किया गया, ओके। इस तो बाद हुण आ जाती है किहड़ी वाली? थर्ड कार्नेटिक वॉर, ठीक है। तीसरी सब तो आखिरी कार्नेटिक वॉर है जो कि फ्रेंच एंड ईस्ट इंडिया कंपनी दे विचकार होण जा रही है, ठीक है। ये 58 तो लैके 63 तक चल रही है, ओके। एंड जो बैकग्राउंड है कित्थे दा जी? यूरोप दा। पहली किस लिए हुई सी? ऑस्ट्रिया दे उत्तराधिकार लई। दूसरी क्यों हुई? हैदराबाद एंड कर्नाटका दे उत्तराधिकार लई। तीसरी क्यों हुई? क्योंकि यूरोप दे विच ऐदां दी घटना हुई जिस दे नाल कि 7 साल तक लगातार एक 7 ईयर वॉर चली है फ्रेंच एंड ब्रिटिश ईस्ट इंडिया कंपनी दे विचकार, ठीक है। उसे दियां ही लपटां इंडिया दे विच पहुंचियां और इत्थे भी फिर थर्ड कार्नेटिक वॉर जो है ये स्टार्ट हो चुकी है, ठीक है। दोबारा तो हुणे दोनों ही आपस दे विच ओपोजिशन दे विच आ गए ने। हुण थर्ड कार्नेटिक वॉर ना अपने पेपर पॉइंट ऑफ व्यू दे नाल मोस्ट इंपॉर्टेंट है। वाई? इस दे विच एक बैटल हुई है, बैटल ऑफ वांडी वॉश, जो कि अक्सर ही पेपरां दे विच पुछी जाती है, ठीक है। इस वो बैटल सी जो कि डिसीजिव बैटल सी, यानी कि इन्ने ही फिर दिखाया कि केड़ा पर्सन है जो इंडिया के ऊपर ज़्यादा राज करेगा, ठीक है। तो थर्ड कार्नेटिक वॉर के दौरान बैटल ऑफ वांडी वॉश हो रही है और ये भी किन्ना ने जीती? इंग्लिश ने जीती है, ठीक है। इनका तुसी साल याद रखना है। बैटल ऑफ वांडी वॉश कदों हो रही है? 1760 दे विच, ठीक है। ऐसे ही बैटल का नाम जो है मतलब वांडी वॉश नाम की जगह या फिर वैंडा वसी नाम की जगह के उपर इसनू करवाया गया, ओके, जो कि तमिलनाडु दे विच अपनी लोकेशन रखता है, ओके। हाँ जी, इनके लीडर तुसी याद रखने ने, यानी कि वांडी वॉश दे विच इंग्लिश वालों कौन लड़िया, फ्रेंच वालों कौन लड़िया, ये तुसी याद अच्छी तरह रखना है, ओके। तो जिहड़ा इंग्लिश का लीडर सीगा इसका नाम है एरे कूट, ओके। और जिहड़ा लीडर फ्रेंच का है
उसका नाम की हैगा आ काउंट थॉमस आर्थर दे लैली। ਇਹਨੂੰ ਤੁਸੀਂ सिर्फ लाली ਦੇ ਨਾਲ याद रखना और ਇਹਨੂੰ कूट ਦੇ ਨਾਲ याद रखना, ठीक है। बट जो कूट है ਉਹਨੇ लैली ਨੂੰ कूट ਦਿੱਤਾ है, ओके। ਤਾਂ कूट जित गया और लैली जो है वो हार गया, ओके। ਤਾਂ इस तरह फ्रेंच हारे ने, जिते कौन है, इंग्लिश जिते ने। ਤਾਂ ऐसे ही बैटल तो बाद जो फ्रेंच ने ना ਇਹਨਾਂ ਦਾ फिर बिल्कुल ही ਇੱਥੇ पत्ता साफ हो चुके इंडिया ਦੇ, ठीक है। और कुछ को लिमिटेड एरिया ਦੇ ਵਿੱਚ ही ਇਹ ਆਪਣੇ ਆਪ ਨੂੰ ਸੀਮਿਤ ਕਰਕੇ ਬੈਠ ਗਏ ਨੇ, ठीक है। ਹੁਣ ਇੱਥੇ ਹੈ ਇੱਕ ਸਮਰੀ ਚਾਰਟ ਜੋ ਕਿ ਇਹਨਾਂ ਤਿੰਨੋਂ ਹੀ ਵਾਰਸ ਦੇ ਵਿੱਚ ਕੀ ਇੰਪੋਰਟੈਂਟ ਹੈ ਇਹ ਯਾਦ ਕਰਨ ਦੇ ਲਈ, ਓਕੇ। ਪਹਿਲੀ ਵਾਰ ਤੁਸੀਂ ਨਾ ਇਸ ਨੂੰ ਇਸ ਤਰ੍ਹਾਂ ਯਾਦ ਕਰਨਾ, ठीक है। ਇਹਨੂੰ ਹੌਰੀਜ਼ੌਂਟਲੀ ਨਾ ਯਾਦ ਕਰੋ, ਪਹਿਲਾਂ ਵਰਟੀਕਲੀ ਯਾਦ ਕਰੋ, ਤੁਹਾਨੂੰ ਅੱਛੀ ਤਰ੍ਹਾਂ ਔਰ ਜਲਦੀ ਯਾਦ ਹੋਏਗਾ, ਓਕੇ। ਇਹ ਹੈ ਪਹਿਲੀ ਵਾਰ, ਇਹ ਹੈ दूसरी कर्नाटका वॉर एंड ये है तीसरी, ठीक है। पहली हो रही है 1746 तो लैके 48 तक, फिर जस्ट अगले ही साल 49 तो लैके 54 तक सैकेंड चली है, ठीक है। सैकेंड तो बाद फिर इन्हों ने 55 की ब्रेक ले ली है, 55 च इन्होंने कोई लड़ाई नहीं की। फिर 56 तो लैके 63 तक ये चली है तीसरी कार्नेटिक वॉर, ठीक है। उस तो बाद रीजन की सीगे, पहली दा रीजन है ऑस्ट्रिया के उपर किहदा अधिकार होएगा, दूसरी दा हैदराबाद एंड कर्नाटका वाले एरिया दे विच कौन उत्तराधिकारी होएगा, तीसरी दा कारण है यूरोप दे विच 7 साल दा युद्ध होना, ठीक है। हुण ट्रीटीज किहड़ियां-किहड़ियां होईयां, एक्सला शैपले, देन सैकेंड है पौंडीचेरी दी ट्रीटी, थर्ड है पेरिस दी ट्रीटी, ठीक है। ये ट्रीटीज तुसी याद रखनी है और इहदे तो बिना की याद रखना है कि जो तीसरी वाली वॉर हुई है उस दे विच किहड़ी इंपॉर्टेंट वॉर है जिसनों की अंजाम दिता गया, ਤਾਂ ਇਹ ਹੈ बैटल ऑफ वंडी वॉश। बैटल ऑफ वंडी वॉश ਦੇ ਨਾਲ क्वेश्चन इदां भी बन सकता है कि ਕਿਹੜੀ बैटल है जिस तो बाद कि ਇਹ डिसीजन लिया गया कि ईस्ट इंडिया कंपनी जो है ब्रिटिश ईस्ट इंडिया कंपनी इसका हुण इत्थे शासन रहेगा तो फ्रेंच जो है ਇਹਨਾਂ ਦਾ पत्ता साफ हो गया। ਤਾਂ ਇਹ रहेगी बैटल ऑफ वंडी वॉश या फिर थर्ड बैटल ऑफ कार्नेटिक वॉर, ठीक है। ये याद रखना है। दूसरी जो बैटल हुई सी सैकेंड बैटल ऑफ कार्नेटिक दी, उस दे विच एक तां तुसीं याद रखोगे कि इत्थे दी ट्रीटी किहड़ी हुई है, ठीक है। दूसरा इस दे विच तुसीं याद रखना है कि किसते करके हुई है। बस अगर तुसीं ये वाला समरी चार्ट याद रख लैंदे हो तां तुहाडे लई ये तीनों ही कार्नेटिक वॉर जो हैगियां अपने आप ही याद करनियां सौखियां हो जाणगियां, ठीक है। तो आई होप कि तुहानूं अज दा लैक्चर अच्छा लग्या होना है। अज तक आपां कार्नेटिक वॉर तक चले गए है ना। कल तो आपां जिहड़ी ब्रिटिश एम्पायर है ये किस तरह इंडिया विच एक्सपैंड करदा है, यानी कि बंगाल दे एरिया दे विच इन्हां ने किस तरह कब्जा किया, दैन सिंध दे एरिया विच किस तरह कब्जा किया, पंजाब दे विच किस तरह कब्जा किया, ठीक है। एंग्लो मैसूर वार बारे पढ़ांगे, मराठास बारे पढ़ांगे, अवध बारे पढ़ांगे, यानी कि आपां पूरी दी पूरी हिस्ट्री नूं अच्छी तरह खंगाल देना है, ठीक है। एक पर्सन जो भी अपने पेपरां दे लई इंपॉर्टेंट होएगा वो आपां इन्हां सारियां ही जो नैक्सट स्लाइड्स आउणगियां ਉਹਦੇ ਵਿੱਚ कवर करांगे, ठीक है। तो कल फिर ਆਪਾਂ ਕਰਨ वाले हाँ कि ब्रिटिश की एस्टैबलिशमेंट बंगाल ਦੇ ਵਿੱਚ किस तरह हुई है, ठीक है। किस तरह पलासी और बक्सर का युद्ध होया, क्यों होया, ब्लैक होल ट्रेजिडी किस तरह हुई, ठीक है। ये सारा कुछ फिर ਆਪਾਂ कल के सैशन ਦੇ ਵਿੱਚ डिस्कस करांगे। तो फिर अज दे लिए इन्ना ही। थैंक यू सो मच। अगर सैशन अच्छा लगे तो लाइक एंड शेयर जरूर करना, ठीक है। कल के सैशन ਦੇ ਵਿੱਚ मिलांगे करंट अफेयर ਦੇ ਨਾਲ। दैन नैक्सट सैशन जो रहेगा वो रहेगा बंगाल दे विच ब्रिटिश ईस्ट इंडिया कंपनी का एक्सपेंशन। थैंक यू सो मच फॉर लिसनिंग। साइनिंग ऑफ। टेक केयर। बाय बाय।